ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਹਰ ਬੁੱਧਵਾਰ ਅਸੀਂ ਸਿੱਖ ਇਤਿਹਾਸ ਦੇ ਸਰੋਤਾਂ ਦੀ ਕੁਝ ਵਿਚਾਰ ਕਰਦੇ ਹਾਂ। ਇਹ ਸਰੋਤ ਕਿੱਥੋਂ ਆਏ, ਕਿਸ ਤਰ੍ਹਾਂ ਲਿਖੇ ਗਏ, ਇਹਨਾਂ ਦੇ ਲਿਖਾਰੀ ਨੇ ਕੀ ਭਾਵਨਾ ਨਾਲ ਲਿਖਿਆ, ਕੁਝ ਇਹੋ ਜਿਹੀਆਂ ਵਿਚਾਰਾਂ ਸਾਡੀਆਂ ਚੱਲਦੀਆਂ ਨੇ। ਅਸੀਂ ਜਾਣਦੇ ਹਾਂ ਕਿ ਸਿੱਖ ਵਿਰਸਾ ਬੜਾ ਅਮੀਰ ਹੈ, ਪਰ ਨਾਲੇ ਵੀ ਜਾਣਦੇ ਆ ਕਿ ਸਿੱਖ ਵਿਰਸੇ ਨੂੰ ਸੰਭਾਲਣ ਦਾ ਯਤਨ ਅਸੀਂ ਨਹੀਂ ਕੀਤਾ। ਜਿਨ੍ਹਾਂ ਨੇ ਕੀਤਾ ਉਹਨਾਂ ਨੇ ਆਪਣੀ ਮਰਜ਼ੀ ਮੁਤਾਬਕ ਕੀਤਾ, ਜੋ ਉਹਨਾਂ ਦੇ ਮਨ ਚ ਆਇਆ ਉਹਨਾਂ ਨੇ ਉਹ ਚ ਲਿਖ ਦਿੱਤਾ। ਗੁਰੂ ਦੀ ਸ਼ਖਸੀਅਤ ਨੂੰ ਇਹ ਨਹੀਂ ਸੋਚਿਆ ਵੀ ਇਹ ਸਾਡੀ ਲਿਖਤ ਵਿੱਚ ਗੁਰੂ ਦੀ ਸ਼ਖਸੀਅਤ ਨੂੰ ਢਾਹ ਲੱਗਦੀ ਹੈ, ਜਾਂ ਗੁਰੂ ਦੀ ਸ਼ਖਸੀਅਤ ਨੂੰ ਅਸੀਂ ਵਾਰ ਕੇ ਲਿਖ ਰਹੇ ਹਾਂ, ਜਾਂ ਸੱਚ ਲਿਖ ਰਹੇ ਹਾਂ, ਜਾਂ ਝੂਠ ਲਿਖ ਰਹੇ ਹਾਂ। ਇਹ ਕੁਝ ਵਿਚਾਰ ਨਹੀਂ ਹੋਏ। ਲਿਖਾਰੀਆਂ ਨੇ ਜਿਉਂ ਆਇਆ ਮਨ ਚ ਉਹ ਲਿਖਿਆ ਗਿਆ, ਜਾਂ ਜੋ ਕੁਝ ਵੀ ਉਹਨਾਂ ਨੂੰ ਮਿਲਿਆ, ਚਾਹੇ ਕਹਿ ਲਈਏ ਕਿ ਜੋ ਉਹਨਾਂ ਦੀ ਸੋਚ ਸੀ ਉਹਨਾਂ ਨੇ ਆਪਣੀ ਸੋਚ ਮੁਤਾਬਕ ਲਿਖ ਦਿੱਤਾ। ਇਸੇ ਤਰ੍ਹਾਂ ਹੀ ਇਤਿਹਾਸ ਦਾ ਸਰੋਤ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ ਕੇਸਰ ਸਿੰਘ ਛਿੱਬਰ ਦਾ ਲਿਖਿਆ ਹੋਇਆ, ਜਿਹਦੀ ਵਿਚਾਰ ਅਸੀਂ ਪਿਛਲੇ ਹਫ਼ਤੇ ਸ਼ੁਰੂ ਕੀਤੀ ਸੀ। ਔਰ ਉਹਦੇ ਚ ਕੀ ਲਿਖਿਆ ਗਿਆ, ਕਿਸ ਤਰ੍ਹਾਂ ਹੈ, ਇਹ ਕੁਝ ਵਿਚਾਰਾਂ ਅਸੀਂ ਕੀਤੀਆਂ ਸਨ। ਉਸੇ ਲੜੀ ਨੂੰ ਤੋਰਦਿਆਂ ਹੋਇਆ ਅੱਜ ਫੇਰ ਅਸੀਂ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕੇਸਰ ਸਿੰਘ ਛਿੱਬਰ ਦੀ ਵਿਚਾਰ ਅੱਗੋਂ ਤੋਰ ਰਹੇ ਹਾਂ। ਸੇਵਾ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ। ਬੇਨਤੀ ਕਰਦਾ ਕਿਰਪਾ ਕਰੋ ਜੀ, ਅੱਜ ਦੀ ਵਿਚਾਰ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰਿਓ, ਅੱਜ ਸਾਡਾ ਦੂਸਰਾ ਸੈਸ਼ਨ ਹੈ ਇੱਕ ਕਾਫੀ ਮਸ਼ਹੂਰ ਇਤਿਹਾਸਕ ਪੁਸਤਕ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਜਿਸ ਦੇ ਰਚੈਤਾ ਭਾਈ ਕੇਸਰ ਸਿੰਘ ਜੀ ਛਿੱਬਰ ਹਨ। ਪਿਛਲੇ ਸੈਸ਼ਨ ਦੇ ਵਿੱਚ ਅਸੀਂ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ, ਉਹਨਾਂ ਦੇ ਪਰਿਵਾਰ ਬਾਰੇ, ਤੇ ਇਸ ਰਚਨਾ ਦੇ ਆਰੰਭਕ ਜਿਹੜੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਚੈਪਟਰ ਲਿਖਿਆ, ਪਹਿਲਾ ਚਰਨ ਜਿਹਨੂੰ ਉਹਨਾਂ ਨੇ ਕਿਹਾ, ਉਸ ਦੇ ਬਾਰੇ ਆਪਾਂ ਡਿਸਕਸ਼ਨ ਕੀਤੀ ਸੀ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜੀਵਨ ਕਿਸ ਢੰਗ ਨਾਲ ਲਿਖਿਆ। ਉਹਦੇ ਵਿੱਚ ਅਸੀਂ ਦੇਖਿਆ ਸੀ ਕਿ ਲੇਖਕ ਦਾ ਧਿਆਨ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਜਿਹੜੀਆਂ ਮੁੱਖ ਘਟਨਾਵਾਂ ਜੋ ਅਸੀਂ ਮੰਨਦੇ ਹਾਂ, ਉਹਨਾਂ ਦੀ ਥਾਂ ਤੇ ਉਹਨਾਂ ਨੇ ਪੁਰਾਣਿਕ ਵਿਆਖਿਆਵਾਂ ਕੀਤੀਆਂ ਸਨ। ਸਮੇਂ ਦੇ ਬਾਰੇ, ਕਿਹੜੇ ਯੁਗਾਂ, ਦੀਪਾਂ ਆਦਿ ਇਹਨਾਂ ਚੀਜ਼ਾਂ ਦੇ ਬਾਰੇ। ਫਿਰ ਸਤਿਗੁਰੂ ਜੀ ਦੇ ਬੰਸ ਬਾਰੇ ਉਹਨਾਂ ਨੇ ਗੱਲ ਕੀਤੀ ਤੇ ਬੜਾ ਲੰਬਾ ਬਿਰਤਾਂਤ ਦੇ ਕੇ ਉਹਨਾਂ ਨੇ ਉਹਨਾਂ ਦਾ ਸੰਬੰਧ ਸੂਰਜ ਬੰਸ ਦੇ ਨਾਲ, ਜਿਹਦੇ ਚ ਰਾਮਚੰਦਰ ਜੀ ਹੋਏ ਹਨ, ਉਹਨਾਂ ਨਾਲ ਜੋੜਿਆ ਸੀ। ਤੇ ਇਹਦਾ ਵਿਸਥਾਰ ਬਹੁਤ ਜ਼ਿਆਦਾ ਲਿਖਿਆ ਸੀ ਉਹਨਾਂ ਨੇ। ਉਹਨਾਂ ਦਾ ਧਿਆਨ ਗੁਰੂ ਜੀ ਦੇ ਵਿਚਾਰਾਂ ਵੱਲ, ਉਹਨਾਂ ਦੀ ਬਾਣੀ ਵੱਲ, ਜਿਹੜੇ ਕਾਰਜ ਉਹਨਾਂ ਨੇ ਕੀਤੇ ਉਹਨਾਂ ਵੱਲ, ਇੱਥੋਂ ਤੱਕ ਕਿ ਮਤਲਬ ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਬਿਲਕੁਲ ਅਭਾਵ ਸੀ। ਬੜਾ ਛੋਟਾ ਜਿਹਾ ਜੀਵਨ ਉਸਨੇ ਲਿਖਿਆ ਸੀ। ਤੇ ਇੱਥੋਂ ਤੱਕ ਕਿ ਉਦਾਸੀਆਂ ਵੀ ਜਿਹੜੀਆਂ ਲਿਖੀਆਂ, ਉਹਨਾਂ ਦਾ ਜ਼ਿਕਰ ਕੀਤਾ ਤੇ ਉਹਨੇ ਲਿਖਿਆ ਕਿ ਗੁਰੂ ਜੀ ਸੈਲ ਕਰਨ ਨੂੰ ਚਲੇ ਗਏ। ਹੁਣ ਗੁਰੂ ਜੀ ਉਦਾਸੀ ਕਰਨ ਗਏ ਤੇ ਕਿਸ ਮੰਤਵ ਨਾਲ ਗਏ, ਕੀ ਉਹਨਾਂ ਨੇ ਜਗਤ ਨੂੰ ਸੰਦੇਸ਼ ਦੇਣਾ ਸੀ, ਇਹਦੇ ਬਾਰੇ ਉਹਨੇ ਬਿਲਕੁਲ ਹੀ ਇੱਕ ਪੰਕਤੀ ਵੀ ਨਹੀਂ ਲਿਖੀ, ਅਸੀਂ ਕਹਿ ਲਈਏ। ਉਦਾਸੀਆਂ ਦੇ ਵਿੱਚ ਇੱਕੋ ਹੀ ਘਟਨਾ ਦਾ ਉਹ ਜ਼ਿਕਰ ਕਰਦੇ ਹਨ ਕਿ ਜਦੋਂ ਭਾਈ ਮਰਦਾਨਾ ਜੀ ਅਫਗਾਨਿਸਤਾਨ ਦੇ ਵਿੱਚ, ਉਹਨਾਂ ਦੇ ਮੁਤਾਬਕ ਖੁਰਮ ਦਰਿਆ ਦੇ ਕਿਨਾਰੇ ਜਾਂ ਉਸ ਸ਼ਹਿਰ ਦੇ ਨੇੜੇ ਤੇੜੇ ਉਹ ਚਲਾਣਾ ਕਰਦੇ ਹਨ, ਤੇ ਉਹਦੇ ਬਾਰੇ ਉਹਨਾਂ ਨੇ ਜ਼ਰੂਰ ਲਿਖਿਆ ਕਿ ਉਹਨਾਂ ਨੇ ਆਪਣੀ ਅੰਤਮ ਇੱਛਾ ਸਤਿਗੁਰੂ ਜੀ ਕੋਲ ਕੀ ਪ੍ਰਗਟ ਕੀਤੀ, ਤੇ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ, ਥੋੜੀਆਂ ਜਿਹੀਆਂ ਲਾਈਨਾਂ ਉਹਨਾਂ ਨੇ ਲਿਖੀਆਂ ਸੀ। ਤੇ ਅੱਗੋਂ ਜਦੋਂ ਆਪਾਂ ਗੱਲ ਗੁਰੂ ਅੰਗਦ ਪਾਤਸ਼ਾਹ ਦੀ ਸ਼ੁਰੂ ਕਰਨੀ ਹੈ, ਤਾਂ ਇਸ ਚੀਜ਼ ਦਾ ਕੁਝ ਜ਼ਿਕਰ ਤਾਂ ਪਿਛਲੀ ਵਾਰੀ ਵੀ ਆਪਾਂ ਡਿਸਕਸ ਕੀਤਾ ਸੀ ਕਿ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਆਏ,
ਉੱਥੇ ਕਰਤਾਰਪੁਰ ਆਏ ਤੇ ਉੱਥੇ ਬਾਰੇ ਵੀ ਉਹਨਾਂ ਨੇ ਦੱਸਿਆ ਸੀ ਕਿ ਉੱਥੇ ਹੀ ਉਹਨਾਂ ਨੂੰ ਉੱਥੇ ਰਹਿੰਦਿਆਂ ਹੀ ਦੇਵੀ ਦੇ ਦਰਸ਼ਨ ਹੋਏ। ਤੇ ਫਿਰ ਉਹ ਜਿਵੇਂ ਉਹਨਾਂ ਨੇ ਉੱਥੇ ਆਏ, ਦਰਸ਼ਨ ਹੋਏ, ਤੇ ਫਿਰ ਉਸ ਤੋਂ ਬਾਅਦ 2 ਸਾਲ ਦੀ ਉਹਨਾਂ ਨੇ ਉੱਥੇ ਸੇਵਾ ਕੀਤੀ। ਹਾਲਾਂਕਿ ਬਾਕੀ ਸਾਰੇ ਜਿਹੜੇ ਇਤਿਹਾਸਕ ਪੁਸਤਕਾਂ ਨੇ 2 ਸਾਲ ਤੋਂ ਵੱਧ ਦਾ ਸਮਾਂ ਸਾਨੂੰ ਦਿੰਦੀਆਂ ਨੇ। ਘੱਟ ਤੋਂ ਘੱਟ 3 ਸਾਲ ਜਿਹੜਾ ਹੈ ਸਾਨੂੰ ਹੋਰ ਥਾਵਾਂ ਤੇ ਲਿਖਿਆ ਮਿਲਦਾ ਹੈ। ਪਰ ਖੈਰ ਇਹਨਾਂ ਨੇ 2 ਸਾਲ ਦੀ ਗੱਲ ਕੀਤੀ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗੁਰਿਆਈ ਪ੍ਰਾਪਤ ਹੋਈ। ਉਹਨਾਂ ਦੇ ਪੁੱਤਰਾਂ ਵੱਲੋਂ, ਬਾਬਾ ਸ੍ਰੀ ਚੰਦ ਵੱਲੋਂ, ਲਖਮੀ ਚੰਦ ਵੱਲੋਂ ਤੇ ਖਾਸ ਕਰਕੇ ਬਾਬਾ ਸ੍ਰੀ ਚੰਦ ਵੱਲੋਂ ਵਿਰੋਧਤਾ ਹੋਈ ਤੇ ਉਹਨਾਂ ਨੇ ਕਾਫੀ ਉਹਨਾਂ ਨੂੰ ਕੁਵਚਨ ਵੀ ਕਹੇ, ਜਿਸ ਤਰ੍ਹਾਂ ਕਿ ਪਿਛਲੀ ਵਾਰੀ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਕੋੜੀ ਕਰਾੜ ਕਿਹਾ ਉਹਨਾਂ ਨੂੰ। ਤੇ ਫਿਰ ਜਦੋਂ ਮਸਲਾ ਉੱਥੇ ਹੋ ਗਿਆ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਨਿਮਰਤਾ ਦਿਖਾਈ ਕਿ ਜਦੋਂ ਉਹਨਾਂ ਨੇ ਚੈਲੰਜ ਕੀਤਾ ਤੇ ਗੁਰੂ ਸਾਹਿਬ ਨੇ ਜਿਹੜਾ ਗੁਰਿਆਈ ਦਾ ਚਿੰਨ੍ਹ ਗੋਦੜਾ ਭਾਵ ਵੱਡਾ ਚੋਲਾ ਗੁਰੂ ਨਾਨਕ ਸਾਹਿਬ ਬਖਸ਼ ਕੇ ਗਏ ਸਨ, ਉਹ ਉਹਨਾਂ ਨੇ ਉਤਾਰ ਕੇ ਸਭਾ ਦੇ ਵਿੱਚ ਰੱਖ ਦਿੱਤਾ। ਤੇ ਫਿਰ ਇਹ ਮਸਲੇ ਨੂੰ ਸੈਟਲ ਕਰਨ ਦਾ ਜਿਹੜਾ ਢੰਗ ਸਾਨੂੰ ਕੇਸਰ ਸਿੰਘ ਜੀ ਛਿੱਬਰ ਨੇ ਦੱਸਿਆ, ਉਹ ਇੱਕ ਕਰਾਮਾਤੀ ਢੰਗ ਨਾਲ ਫਿਰ ਇਹ ਗੁਰਗੱਦੀ ਦਾ ਫੈਸਲਾ ਹੋਇਆ ਕਿ ਉਹ ਗੋਦੜਾ ਹੋਰ ਕਿਸੇ ਕੋਲੋਂ ਕਹਿੰਦੇ ਨੇ ਕਿ ਚੁੱਕਿਆ ਹੀ ਨਹੀਂ ਗਿਆ ਤੇ ਕੇਵਲ ਗੁਰੂ ਅੰਗਦ ਪਾਤਸ਼ਾਹ ਹੀ ਉਹਨੂੰ ਉਠਾ ਕੇ ਤੇ ਪਾ ਸਕੇ। ਤੋ ਇਸ ਤਰੀਕੇ ਨਾਲ ਫਿਰ ਉਹਨਾਂ ਨੇ ਬਿਲਕੁਲ ਆਪਣਾ ਇਸ ਚੀਜ਼ ਨੂੰ ਪ੍ਰਵਾਨ ਕਰ ਲਿਆ ਕਿ ਹੁਣ ਇਹਨੂੰ ਹੀ ਗੁਰਿਆਈ ਮਿਲਣੀ ਹੈ। ਤੇ ਫਿਰ ਇਸ ਚੀਜ਼ ਨੂੰ ਉਸ ਤੋਂ ਬਾਅਦ ਜਿਹੜੀ ਇੱਕ ਕਿਸਮ ਨਾਲ ਬਾਬਾ ਸ੍ਰੀ ਚੰਦ ਜੀ ਦੇ ਹਾਮੀ ਭਰਨ ਦੇ ਨਾਲ ਹੀ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਬਣੇ। ਹੁਣ ਇਹ ਜਿਹੜੀ ਸਾਰੀ ਕਥਾ ਆਪਾਂ ਪਿਛਲੀ ਵਾਰੀ ਡਿਸਕਸ ਕੀਤੀ ਸੀ। ਤੋ ਲੇਖਕ ਵੱਲੋਂ ਜਿਹੜੀ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਮਿਤੀ ਦਿੱਤੀ ਗਈ ਹੈ। ਹਾਲਾਂਕਿ ਅਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਲੇਖਕ ਦਾ ਬੜਾ ਮੁੱਖ ਜਿਹੜਾ ਕੇਂਦਰ ਬਿੰਦੂ ਰਿਹਾ ਹੈ, ਮਿਤੀਆਂ ਆਦਿਕ ਉੱਤੇ ਸਨ ਜਿਹੜੇ ਨੇ ਉਹਨੇ ਬੜੇ ਖੋਜ ਕਰਕੇ ਕਹਿੰਦਾ ਮੈਂ ਲਿਖੇ ਹਨ। ਪਰ ਇਹਨਾਂ ਨੇ ਜਿਹੜੀ ਮਿਤੀ ਜੋਤੀ ਜੋਤ ਸਮਾਉਣ ਦੀ ਲਿਖੀ ਹੈ, ਉਹ ਅੱਸੂ ਵਦੀ 10 1596 ਬਿਕਰਮੀ ਲਿਖੀ ਹੈ, ਜਦ ਕਿ ਬਾਕੀ ਦੇ ਸਾਰੀਆਂ ਜਨਮ ਸਾਖੀਆਂ ਆਦਿਕ ਉਹ ਅੱਸੂ ਸੁਦੀ 10 ਕਰਦੇ ਹਨ। ਤਾਂ ਤਕਰੀਬਨ 15 ਕੁ ਦਿਨ ਦਾ ਫਰਕ ਉਹਨਾਂ ਨੇ ਇੱਥੇ ਵੀ ਪਾ ਲਿਆ ਹੈ। ਤੇ ਜਨਮ ਮਿਤੀ ਬਾਰੇ ਵੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਉਹ ਬਾਕੀ ਸਾਰੀਆਂ ਜਨਮ ਸਾਖੀਆਂ ਦੇ ਵਿੱਚ ਵਿਸਾਖ ਦਾ ਹੈ, ਪਰ ਉਹਨਾਂ ਨੇ ਕੱਤਕ ਦਾ ਲਿਖਿਆ ਹੈ, ਜਿਵੇਂ ਕਿ ਭਾਈ ਬਾਲੇ ਦੀ ਜਨਮ ਸਾਖੀ ਦਾ। ਤੋ ਭਾਈ ਬਾਲੇ ਬਾਰੇ ਹੋਰ ਵੀ ਜ਼ਿਕਰ ਇੱਥੇ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਉਹ ਜਨਮ ਸਾਖੀ ਪੜ੍ਹ ਕੇ ਉਹਦੇ ਵਿੱਚੋਂ ਇਹ ਚੀਜ਼ਾਂ ਲਈਆਂ ਹਨ ਤੇ ਖਾਸ ਕਰ ਜਨਮ ਮਿਤੀ ਉੱਥੋਂ ਲਈ ਹੈ। ਤੇ ਵੈਸੇ ਵੀ ਬਾਲੇ ਸੰਧੂ ਤੇ ਭਾਈ ਮਰਦਾਨੇ ਦਾ ਜ਼ਿਕਰ ਸੀ ਤੇ ਹੁਣ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਜੀਵਨ ਵਿੱਚ ਵੀ ਉਹਨਾਂ ਨੇ ਉਹੀ ਕਥਾ ਇੱਥੇ ਰਿਪੀਟ ਕੀਤੀ ਹੈ, ਜਿਹਦਾ ਆਪਾਂ ਥੋੜਾ ਜਿਹਾ ਜ਼ਿਕਰ ਕਰਾਂਗੇ। ਤੋ ਇਹ ਜੋ ਤਰੀਕ ਲਿਖੀ ਹੈ ਇਹਨਾਂ ਨੇ ਅੱਸੂ ਵਦੀ 10, ਇਹ ਬਾਕੀਆਂ ਨਾਲੋਂ ਮੈਂ ਕਹਿ ਰਿਹਾ ਸੀ ਕਿ 15 ਦਿਨ ਦਾ ਫਰਕ ਇਹਨਾਂ ਨੇ ਦੇ ਦਿੱਤਾ ਹੈ, ਜਿਹੜੀ ਕਿ ਇੱਕ ਬੜੀ ਅਜੀਬ ਗੱਲ ਹੈ ਕਿਉਂਕਿ ਇਹਨਾਂ ਦਾ ਮੁੱਖ ਸਟ੍ਰੈਸ ਹੀ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ। ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਜਨਮ ਮਿਤੀ ਇਹਨਾਂ ਨੇ 11 ਵਿਸਾਖ 1566 ਬਿਕਰਮੀ ਭਾਵ 1509 ਈਸਵੀ ਦੇ ਵਿੱਚ ਇਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਾ ਸਮਾਂ ਦਿੱਤਾ, ਆਗਮਨ ਦਾ ਸਮਾਂ ਦਿੱਤਾ ਹੈ। ਤੇ ਇਹ ਜਦੋਂ ਉਹਨਾਂ ਨੇ ਲਿਖਿਆ ਤੇ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਗਲਤੀ ਹੈ ਉਹ ਬਿਲਕੁਲ ਸਾਹਮਣੇ ਆ ਜਾਂਦੀ ਹੈ, ਕਿਉਂਕਿ ਨਾਲ ਜਿੱਥੇ ਵੀ ਇਹ ਮਿਤੀਆਂ ਦਿੰਦੇ ਹਨ ਉੱਥੇ 4 ਚੀਜ਼ਾਂ ਦਿੰਦੇ ਹਨ। ਬਿਕਰਮੀ ਸੰਮਤ ਜਿਹੜਾ ਹੈ ਉਹ ਤਾਂ ਦਿੰਦੇ ਹੀ ਹਨ। ਉਸ ਤੋਂ ਇਲਾਵਾ ਜਿਵੇਂ ਮਹੀਨੇ ਦਾ ਨਾਮ ਜ਼ਰੂਰ ਹੁੰਦਾ ਹੈ, ਉਹਦੇ ਨਾਲ ਮਿਤੀ ਜ਼ਰੂਰ ਹੁੰਦੀ ਹੈ, ਕਈ ਵਾਰੀ ਵਦੀ ਸੁਦੀ ਵੀ ਹੁੰਦੀ ਹੈ। ਤੇ ਉਸ ਤੋਂ ਇਲਾਵਾ 2 ਚੀਜ਼ਾਂ ਹਰ ਥਾਂ ਤੇ ਹੋਰ ਦਿੰਦੇ ਹਨ ਕਿ ਉਹਦਾ ਉਹ ਵਾਰ ਕਿਹੜਾ ਹੁੰਦਾ ਹੈ, ਸੋਮਵਾਰ ਹੈ, ਐਤਵਾਰ ਹੈ, ਕਿਹੜਾ ਵਾਰ ਸੀ ਉਸ ਦਿਨ, ਉਹ ਜ਼ਰੂਰ ਦਿੰਦੇ ਹਨ। ਤੇ ਇੱਕ ਇਹਨਾਂ ਦੇ ਜੋਤਿਸ਼ ਕੈਲੰਡਰ ਦੇ ਮੁਤਾਬਕ ਨਖੱਤਰ ਵੀ ਜ਼ਰੂਰ ਜਾਂ ਨਛੱਤਰ ਵੀ ਜ਼ਰੂਰ ਦਿੰਦੇ ਹਨ। ਤੋ ਇੱਥੇ ਇਹਨਾਂ ਨੇ ਜਦੋਂ ਮਿਤੀ ਲਿਖੀ ਹੈ ਉਹਨਾਂ ਦੇ ਜਨਮ ਦੀ, ਉਹਦੇ ਨਾਲ ਉਹ ਸੋਮਵਾਰ ਦਾ ਦਿਨ ਤੇ ਭਰਨੀ ਨਛੱਤਰ ਦਿੰਦੇ ਹਨ, ਕਿਉਂਕਿ ਇਹਨਾਂ ਕੈਲੰਡਰਾਂ ਵਿੱਚ ਜ਼ਰੂਰੀ ਚੀਜ਼ਾਂ ਗਿਣੀਆਂ ਜਾਂਦੀਆਂ ਹਨ। ਤੋ ਇਹ ਵੀ ਉਸ ਕੈਲੰਡਰ ਦੇ ਮੁਤਾਬਕ ਜਦੋਂ ਇਹਨੂੰ ਚੈੱਕ ਕਰਦੇ ਹਨ ਵਿਦਵਾਨ, ਤੇ ਉਹ ਦੱਸਦੇ ਹਨ ਕਿ ਉਹਨਾਂ ਕੈਲੰਡਰਾਂ ਦੇ ਮੁਤਾਬਕ ਇਹ ਦਿਨ ਮਤਲਬ ਇਹ ਵਾਰ ਤੇ ਇਹ ਨਛੱਤਰ ਨਹੀਂ ਸਨ। ਸੋ ਇਹ ਮਿਤੀ ਵੀ ਸਾਡੇ ਵਿਦਵਾਨਾਂ ਨੇ ਠੀਕ ਨਹੀਂ ਮੰਨੀ। ਦੂਜਾ, ਇਹਨਾਂ ਨੇ ਆਪ ਜੀ ਦੇ ਜਨਮ ਦਾ ਸਥਾਨ ਹਰੀਏ ਕੇ ਦਿੱਤਾ ਹੈ, ਜਿਹਦਾ ਅਰਥ
ਇੱਥੋਂ ਜਿਹੜਾ ਆਪਣਾ ਪੱਤਣ ਹੈ, ਹਰੀਕੇ ਪੱਤਣ, ਜਿੱਥੇ ਬਿਆਸ ਤੇ ਸਤਲੁਜ ਮਿਲਦੇ ਹਨ, ਉਹ ਪਿੰਡ ਦਾ ਅਰਥ ਲਿਖਿਆ ਹੈ ਇਹਨਾਂ ਨੇ। ਪਰ ਤਕਰੀਬਨ ਸਾਰੇ ਇਤਿਹਾਸਕਾਰ ਇਸ ਗੱਲ ਦੇ ਉੱਤੇ ਇਕਮਤ ਹਨ ਕਿ ਆਪ ਜੀ ਦਾ ਜਨਮ ਮੱਤੇ ਦੀ ਸਰਾਂ, ਉਹਦੇ ਨਾਲ ਹਰੀਕੇ ਉੱਥੇ ਵੀ ਲੱਗਦਾ ਹੈ, ਉਸ ਪਿੰਡ ਦੇ ਨਾਮ ਦੇ ਨਾਲ ਵੀ, ਜਿਹੜਾ ਮੁਕਤਸਰ ਸਾਹਿਬ ਦੇ ਕੋਲ ਹੈ, ਉੱਥੇ ਉਹਨਾਂ ਦਾ ਜਨਮ ਹੋਇਆ। ਤੋ ਇਹਨਾਂ ਨੇ ਜਨਮ ਦਾ ਸਥਾਨ ਵੀ ਜਿਹੜਾ ਹੈ ਉਹ ਇਤਿਹਾਸਕਾਰ ਉਹ ਨਹੀਂ ਮੰਨਦੇ। ਲਿਖਦਾ ਹੈ ਕਿ ਆਪ ਜਵਾਲਾ ਜੀ ਦੇ ਸ਼ਰਧਾਲੂ ਸਨ। ਤੋ ਜਵਾਲਾ ਜੀ ਦੇ ਸ਼ਰਧਾਲੂ ਹੋਣ ਕਰਕੇ ਆਪ ਤਕਰੀਬਨ ਬਾਰ-ਬਾਰ ਜਾਂਦੇ ਸਨ ਦੇਵੀਆਂ ਦੇ ਦਰਸ਼ਨ ਲਈ। ਪਰ ਇੱਕ ਵਾਰੀ ਜਦੋਂ ਉਹ ਉੱਥੇ ਉਹਨਾਂ ਦੇ ਪਿੰਡ ਦੇ ਵਿੱਚੋਂ ਇੱਕ ਸੰਘ ਜਾ ਰਿਹਾ ਸੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ, ਜਿਹਨੂੰ ਮਾਤਾ ਤ੍ਰਿਕੁਟਾ ਵੀ ਇਹਨਾਂ ਨੇ ਲਿਖਿਆ ਹੈ, ਉਹ ਵੀ ਉਹਨਾਂ ਦਾ ਹੀ ਨਾਮ ਗਿਣਿਆ ਜਾਂਦਾ, ਵੈਸ਼ਨੋ ਦੇਵੀ ਜੀ ਦਾ ਹੀ। ਤੋ ਵੈਸ਼ਨੋ ਦੇਵੀ ਨੂੰ ਜਦੋਂ ਉਹ ਸੰਘ ਜਾ ਰਿਹਾ ਸੀ ਤਾਂ ਉਹਨਾਂ ਦੇ ਪਿੰਡ ਤੋਂ ਲੰਘ ਕੇ ਜਿਹੜਾ ਰਸਤਾ ਬਣਦਾ ਸੀ ਜੰਮੂ ਵੱਲ ਜਾਣ ਦਾ, ਉਹ ਤਕਰੀਬਨ ਇੱਥੋਂ ਕਰਤਾਰਪੁਰ ਦੇ ਕੋਲੋਂ ਹੀ ਦਰਿਆ ਰਾਵੀ ਪਾਰ ਕਰਨਾ ਬਣਦਾ ਸੀ। ਤੋ ਉੱਥੋਂ ਰਾਵੀ ਪਾਰ ਕਰਕੇ ਜਦੋਂ ਸੰਘ ਨੇ ਵਿਸਰਾਮ ਕੀਤਾ ਤੇ ਆਪ ਜੀ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਸੀ, ਕਿਉਂਕਿ ਜਦੋਂ ਉਹ ਜਵਾਲਾ ਦੇਵੀ ਜਾਂਦੇ ਸਨ ਤਾਂ ਇੱਕ ਵਾਰੀ ਉੱਥੇ ਉਹ ਰੁਕੇ ਤਾਂ ਕੁਝ ਸਾਧੂ ਸੰਤਾਂ ਦੇ ਨਾਲ ਸਮਾਂ ਬਿਤਾਇਆ ਤੇ ਉੱਥੇ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਮਹਾਂਪੁਰਖ ਰਹਿੰਦੇ ਹਨ, ਉਹਨਾਂ ਨੇ ਉਹ ਜਗ੍ਹਾ ਵਸਾਈ ਹੈ ਤੇ ਉੱਥੇ ਉਹ ਉਹਨਾਂ ਦੇ ਦਰਸ਼ਨਾਂ ਦੇ ਉਹਨੇ ਜੋ ਉਸਤਤ ਕੀਤੀ, ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋ ਗਈ ਸੀ। ਸੋ ਜਦੋਂ ਇਹਨਾਂ ਦਾ ਵੈਸ਼ਨੋ ਦੇਵੀ ਨੂੰ ਸੰਗ ਜਾ ਰਿਹਾ ਸੀ ਤਾਂ ਕਰਤਾਰਪੁਰ ਦੇ ਕੋਲ ਉਹਨੇ ਨਿਵਾਸ ਕੀਤਾ, ਰਾਤ ਰੁਕੇ, ਤਾਂ ਆਪ ਜੀ ਦਰਸ਼ਨਾਂ ਨੂੰ ਚਲੇ ਗਏ। ਤੇ ਜਦੋਂ ਉੱਥੇ ਗਏ ਤਾਂ ਫਿਰ ਉਹ ਕਹਿੰਦੇ ਹਨ ਕਿ 4 ਦਿਨ ਉੱਥੇ ਰਹੇ। ਸੰਗ ਉਹਨਾਂ ਨੂੰ ਕਹਿੰਦਾ ਰਿਹਾ ਨਾਲ ਚੱਲਣ ਲਈ ਤੇ ਉਹ ਨਾਲ ਨਹੀਂ ਗਏ। ਤੇ ਫਿਰ ਉਸ ਤੋਂ ਬਾਅਦ ਉਹ ਉੱਥੇ ਹੀ ਰੁਕ ਕੇ ਸਤਿਗੁਰੂ ਜੀ ਦੀ ਅਸੀਸ ਲੈ ਕੇ, ਵਿਦਿਆ ਲੈ ਕੇ, ਇਹਨੇ ਲਫ਼ਜ਼ ਵਰਤਿਆ, ਉੱਥੋਂ ਇਹਨਾਂ ਨੇ ਗਿਆਨ ਪ੍ਰਾਪਤ ਕੀਤਾ ਸਤਿਗੁਰੂ ਜੀ ਤੋਂ, ਉੱਥੇ ਰੁਕ ਕੇ ਤੇ ਫਿਰ 4 ਦਿਨ ਦੇ ਬਾਅਦ ਇਹ ਵਾਪਸ ਘਰ ਨੂੰ ਚਲੇ ਗਏ। ਮੁੜ ਕੇ ਫਿਰ ਇਹ ਦੇਵੀਆਂ ਦੇ ਦਰਸ਼ਨਾਂ ਦੇ ਵਾਸਤੇ ਨਹੀਂ ਗਏ। ਇੱਥੇ ਲਿਖਦਾ ਹੈ ਕਿ ਜਦੋਂ ਆਪ ਘਰ ਚਲੇ ਗਏ ਤਾਂ ਉੱਥੋਂ ਇਹਨਾਂ ਨੇ ਬੀਬੀ ਅਮਰੋ ਜੀ ਦਾ ਕਾਰਜ ਉਹਨਾਂ ਦਾ ਰਿਸ਼ਤਾ ਕੀਤਾ। ਹੁਣ ਰਿਸ਼ਤਾ ਕਿੱਥੇ ਕੀਤਾ, ਇਹ ਜਿਸ ਢੰਗ ਨਾਲ ਲਿਖਦੇ ਨੇ ਉਹ ਸਾਡੇ ਵਾਸਤੇ ਇੱਕ ਰਿਸਰਚ ਦਾ ਵਿਸ਼ਾ ਬਣਨਾ ਚਾਹੀਦਾ ਹੈ, ਕਿਉਂਕਿ ਅਸੀਂ ਇਹ ਗੱਲ ਮੰਨਦੇ ਹਾਂ ਕਿ ਗੋਇੰਦਵਾਲ ਨੂੰ ਵਸਾਉਣ ਦਾ ਕੰਮ ਜਿਹੜਾ ਹੈ ਉਹ ਗੁਰੂ ਅੰਗਦ ਪਾਤਸ਼ਾਹ ਦੇ ਹੁਕਮ ਨਾਲ ਕਾਫੀ ਸਮਾਂ ਬਾਅਦ ਵਿੱਚ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਹੀ ਕੀਤਾ ਸੀ, ਜਦੋਂ ਬਾਬਾ ਅਮਰਦਾਸ ਦੇ ਰੂਪ ਵਿੱਚ ਉੱਥੇ ਸੇਵਾ ਕਰਦੇ ਸਨ। ਪਰ ਇੱਥੇ ਆਪ ਇਹ ਲਿਖਦੇ ਹਨ ਕਿ ਗੋਇੰਦਵਾਲ ਦੇ ਵਿੱਚ ਜਾ ਕੇ ਭਾਈ ਲਹਿਣਾ ਜੀ ਨੇ ਆਪਣੀ ਬੇਟੀ ਬੀਬੀ ਅਮਰੋ ਦਾ ਰਿਸ਼ਤਾ ਗੋਇੰਦਵਾਲ ਭਲਿਆਂ ਕੇ ਧਾਮ, ਉਹਨਾਂ ਨੇ ਜਾ ਕੇ ਉਹ ਰਿਸ਼ਤਾ ਕੀਤਾ। ਆਪ ਜੀ ਲਿਖਦੇ ਹਨ ਕਿ ਜਦੋਂ ਉੱਥੋਂ ਗਏ, ਹੋਏ ਵਿਦਿਆ ਨਿਜ ਧਾਮ ਆਏ, ਬੀਬੀ ਅਮਰੋ ਦੀ ਕੁੜਮਾਈ ਸ਼ਗਨ ਪਠਾਏ, ਗੋਇੰਦਵਾਲ ਭਲਿਆਂ ਕੇ ਧਾਮ ਆਵਤ ਹੀ ਇਹ ਕੀਤਾ ਕੰਮ। ਸੋ ਇਹ ਗੱਲ ਬਾਰ-ਬਾਰ ਇਹ ਲਿਖਦੇ ਹਨ। ਅੱਗੋਂ ਗੁਰੂ ਅਮਰਦਾਸ ਪਾਤਸ਼ਾਹ ਦੀ ਜੀਵਨੀ ਜਦੋਂ ਅਸੀਂ ਡਿਸਕਸ ਕਰਾਂਗੇ ਤੇ ਉਹਦੇ ਵਿੱਚ ਵੀ ਆਉਂਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਅਵਤਾਰ ਧਾਰਨ ਤੋਂ ਬਾਅਦ ਉਹਨਾਂ ਦਾ ਪਰਿਵਾਰ ਗੋਇੰਦਵਾਲ ਦੇ ਵਿੱਚ ਸ਼ਿਫਟ ਕਰ ਗਿਆ। ਤੋ ਜੇ ਇਹਨਾਂ ਦੇ ਵਰਸ਼ਨ ਨੂੰ ਅਸੀਂ ਮੰਨੀਏ ਤਾਂ ਇਹ ਮੰਨਣਾ ਪਏਗਾ ਕਿ ਗੋਇੰਦਵਾਲ ਤਾਂ ਪਹਿਲਾਂ ਹੀ ਵਸਾਇਆ ਜਾ ਚੁੱਕਾ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਰਹਿੰਦੇ ਹੀ ਗੋਇੰਦਵਾਲ ਦੇ ਵਿੱਚ ਸਨ। ਹੁਣ ਇਹ ਗੱਲ ਕਿੰਨੀ ਕੁ ਠੀਕ ਹੈ, ਕਿੰਨੀ ਕੁ ਗਲਤ ਹੈ, ਇਹ ਤਾਂ ਕੁਝ ਖੋਜ ਦੇ ਮੁਤਾਬਕ ਹੀ ਦੱਸਿਆ ਜਾ ਸਕਦਾ ਹੈ। ਖੈਰ, ਇਹ ਚੁੱਕੇ ਵਿਸ਼ਾ ਸਾਹਮਣੇ ਆਇਆ ਸੀ ਤੇ ਮੈਂ ਆਪ ਜੀ ਨਾਲ ਸਾਂਝਾ ਕੀਤਾ। ਇਸ ਤੋਂ ਪਿੱਛੋਂ ਉਹ ਲਿਖਦਾ ਹੈ ਕਿ ਜਦੋਂ ਇਹ ਕਾਰਜ ਕਰਕੇ ਵਾਪਸ ਗਏ ਕੁਝ ਸਮੇਂ ਦੇ ਬਾਅਦ ਕਰਤਾਰਪੁਰ, ਤਾਂ ਉੱਥੇ ਉਹ ਜਿਹੜੀ ਸਾਖੀ ਆਪਾਂ ਆਮ ਸੁਣਦੇ ਹਾਂ ਕਿ ਜਦੋਂ ਸਤਿਗੁਰੂ ਜੀ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਤੇ ਭਾਈ ਲਹਿਣਾ ਜੀ ਉੱਥੇ ਪਹੁੰਚੇ ਤਾਂ ਉੱਥੋਂ ਉਹਨਾਂ ਨੇ ਨਦੀਨਾਂ ਦੀ ਪੰਡ ਭਾਈ ਲਹਿਣਾ ਜੀ ਦੇ ਸਿਰ ਤੇ ਰਖਵਾ ਦਿੱਤੀ, ਜਿਹਦੇ ਚੋਂ ਚਿੱਕੜ ਦੇ ਤੁਪਕੇ ਡਿੱਗ ਰਹੇ ਸਨ, ਛਿੱਟਾਂ ਪੈ ਰਹੀਆਂ ਸਨ।
ਤਾਂ ਮਾਤਾ ਜੀ ਨੇ ਜਦੋਂ ਆਬਜੈਕਸ਼ਨ ਕੀਤਾ ਤੇ ਫਿਰ ਉਹਨਾਂ ਨੇ ਬਚਨ ਕੀਤਾ, ਇਹ ਚਿੱਕੜ ਨਹੀਂ, ਇਹ ਪਿਆ ਹੈ ਕੇਸਰ, ਇਸ ਨੂੰ ਟਿੱਕਾ ਦਿੱਤਾ ਹੈ ਪਰਮੇਸ਼ਰ। ਇਹ ਅਸੀਂ ਜੋ ਪੰਕਤੀਆਂ ਹਨ ਦੋ, ਇਹ ਬਾਰ-ਬਾਰ ਅਸੀਂ ਕਥਾਕਾਰਾਂ ਵੱਲੋਂ, ਵਿਦਵਾਨਾਂ ਵੱਲੋਂ ਇਹ ਕੋਟ ਕੀਤੀਆਂ ਹੋਈਆਂ ਅਸੀਂ ਸੁਣਦੇ ਹਾਂ। ਤੋ ਫਿਰ ਖੈਰ ਇਹ ਚੁੱਕੇ ਸਮਾਂ ਕੇਵਲ 2 ਸਾਲ ਦਾ ਹੀ ਉੱਥੇ ਲਿਖਦਾ ਹੈ, ਤਾਂ ਫਿਰ ਉਹ ਲਿਖਦਾ ਹੈ ਕਿ 2 ਸਾਲ ਤੋਂ ਬਾਅਦ ਜਦੋਂ ਸਮਾਂ ਆਇਆ ਤਾਂ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਜੀ ਪੁੱਤ ਪੋਤੇ ਡਿਠੇ ਅਜ਼ਮਾਏ, ਲਾਇਕ ਗੁਰਿਆਈ ਦੀ ਅੰਗਦ ਜੀ ਠਹਿਰਾਏ। ਨਾਉ ਸੀ ਲੈਣਾ ਗੁਰੂ ਨਾਨਕ, ਨਾਉ ਅੰਗਦ ਸੀ ਧਰਿਆ, ਜਗਤ ਗੁਰੂ ਅੰਗਦ ਜੀ ਨੂੰ ਕਰਿਆ। ਤੋ ਇੱਥੇ ਜਿਹੜੀ ਦਿਲਚਸਪੀ ਵਾਲੀ ਗੱਲ ਹੈ ਕਿ ਹਾਲਾਂਕਿ ਲੇਖਕ ਭਾਈ ਬਾਲੇਵਾਲ ਦੀ ਜਨਮ ਸਾਖੀ ਨੂੰ ਕੰਸਲਟ ਕਰ ਰਿਹਾ ਹੈ, ਇਹ ਸਾਨੂੰ ਪਤਾ ਲੱਗ ਰਿਹਾ ਹੈ, ਤੇ ਗੁਰੂ ਅੰਗਦ ਪਾਤਸ਼ਾਹ ਦੀ ਜਿਹੜੀ ਗੱਲ ਉਹਨਾਂ ਨੇ ਭਾਈ ਬਾਲੇਵਾਲ ਦੀ ਜਨਮ ਸਾਖੀ 'ਚ ਲਿਖੀ ਹੈ ਪ੍ਰੀਖਿਆਵਾਂ ਦੀ, ਜਿਹੜੀਆਂ ਅਸੀਂ ਗੁਰੂ ਅੰਗਦ ਪਾਤਸ਼ਾਹ ਦੀਆਂ ਪ੍ਰੀਖਿਆਵਾਂ ਦੀ ਗੱਲ ਆਮ ਤੌਰ ਦੇ ਉੱਤੇ ਪ੍ਰਵਾਨ ਕਰਦੇ ਹਾਂ, ਸਾਰੇ ਲੇਖਕ ਮੰਨਦੇ ਹਨ, ਉਹਨਾਂ ਨੂੰ ਅਸੀਂ ਪੜ੍ਹਦੇ, ਸੁਣਦੇ, ਸੁਣਾਉਂਦੇ ਹਾਂ ਕਿ ਜਿਹੜੀਆਂ ਪ੍ਰੀਖਿਆਵਾਂ ਗੁਰੂ ਅੰਗਦ ਪਾਤਸ਼ਾਹ ਦੀਆਂ ਉਹਨਾਂ ਨੇ ਲਈਆਂ, ਗੁਰੂ ਨਾਨਕ ਪਾਤਸ਼ਾਹ ਨੇ, ਉਹਨਾਂ ਵਿੱਚੋਂ ਕਿਸੇ ਦਾ ਵੀ ਇੱਥੇ ਕੋਈ ਜ਼ਿਕਰ ਨਹੀਂ ਹੈ, ਬਲਕਿ ਇਹ ਉਸ ਤਰਜ਼ ਦੇ ਉੱਤੇ, ਜਿਸ ਤਰਜ਼ ਦੇ ਉੱਤੇ ਪੁਰਾਤਨ ਜਨਮ ਸਾਖੀ 'ਚ ਲਿਖਿਆ ਹੈ ਕਿ ਉਹਨਾਂ ਨੂੰ ਯੋਗ ਜਾਣ ਕੇ ਗੁਰਿਆਈ ਦਿੱਤੀ, ਉਸ ਤਰਜ਼ ਦੇ ਉੱਤੇ ਇਹਨੇ ਸਿਰਫ ਇਤਨਾ ਹੀ ਲਿਖਿਆ, ਗੁਰੂ ਨਾਨਕ ਜੀ ਪੁੱਤ ਪੋਤੇ ਡਿਠੇ ਅਜ਼ਮਾਏ, ਲਾਇਕ ਗੁਰਿਆਈ ਦੀ ਅੰਗਦ ਜੀ ਠਹਿਰਾਏ। ਬਸ ਇਹ 2 ਲਾਈਨਾਂ ਦੇ ਵਿੱਚ ਸਾਰੀ ਗੱਲ ਮੁਕਾ ਦਿੰਦਾ ਹੈ। ਤੋ ਉਹ ਜਿਹੜੀ ਗੱਲ ਭਾਈ ਬਾਲੇ ਦੀ ਜਨਮ ਸਾਖੀ ਤੋਂ ਸ਼ੁਰੂ ਹੋਈ ਹੈ, ਲੱਗਦਾ ਹੈ ਕਿ ਇਸ ਲੇਖਕ ਨੂੰ ਉਹ ਗੱਲ ਠੀਕ ਨਹੀਂ ਲੱਗੀ ਤੇ ਉਹਨੇ ਇੱਥੇ ਲਿਖੀ ਨਹੀਂ ਹੈ। ਪਰ ਅੱਗੇ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਦਾ ਜਿਹੜਾ ਨਾਮ ਅੰਗਦ ਦਾ ਦਿੱਤਾ ਹੈ, ਉਹਦੀ ਅਸੀਂ ਆਮ ਇੰਟਰਪ੍ਰੀਟੇਸ਼ਨ ਇਹ ਦਿੰਦੇ ਹਾਂ ਕਿ ਉਹ ਆਪਣਾ ਅੰਗ ਜਾਣ ਕੇ ਉਹਨਾਂ ਨੇ ਇਹ ਨਾਮ ਦਿੱਤਾ। ਤੋ ਇਹ ਲੇਖਕ ਉਹਨੂੰ ਬਿਲਕੁਲ ਦੂਜੀ ਇੱਕ ਰੰਗਤ ਦੇ ਦਿੰਦਾ ਹੈ। ਇਹ ਲਿਖਦਾ ਹੈ ਕਿ ਪਿਛਲਾ ਅੰਗ ਪਛਾਣ ਕੇ ਅੰਗਦ ਨਾਉ ਸੀ ਕੀਤਾ। ਹੁਣ ਪਿਛਲਾ ਅੰਗ ਤੋਂ ਉਹਦਾ ਕੀ ਭਾਵ ਹੈ? ਕਿਉਂਕਿ ਆਪਾਂ ਅੱਗੇ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਨੇ ਜਦੋਂ ਸੂਰਜ ਬੰਸ ਨਾਲ ਗੁਰੂ ਨਾਨਕ ਸਾਹਿਬ ਦਾ ਨਾਤਾ ਜੋੜਿਆ ਸੀ, ਤਾਂ ਨਾਲ ਉਹਨਾਂ ਨੇ ਅਖੀਰ ਤੇ ਆ ਕੇ ਇਹ ਕਿਹਾ ਸੀ ਕਿ ਤ੍ਰੇਹਣ ਭੱਲੇ ਤੇ ਸੋਢੀ ਇਹ ਵੀ ਦਸ਼ਰਥ ਦੀ ਸੰਤਾਨ ਦੇ ਵਿੱਚੋਂ ਹੀ ਨਿਕਲੇ ਹਨ। ਤਾਂ ਉਸ ਚੀਜ਼ ਦਾ ਇੱਥੇ ਰੈਫਰੈਂਸ ਦਿੰਦਾ ਹੈ, ਕਹਿੰਦਾ ਹੈ ਕਿ ਪਿਛਲਾ ਅੰਗ ਪਛਾਣ ਕੇ ਅੰਗਦ ਨਾਉ ਸੀ ਕੀਤਾ, ਲਛਮਨ ਦੀ ਅੰਸ਼ ਤ੍ਰੇਹਣ ਆਪ, ਰਾਮਚੰਦਰ ਘਰ ਜਨਮ ਸੀ ਲੀਤਾ, ਜੇ ਸੁਮਿਤਰਾ ਨੂੰ ਹਿੱਸਾ ਦਿੱਤਾ ਸੀ ਕੌਸ਼ਲਿਆ, ਸੋਈ ਹਿੱਸੇ ਦਾ ਅੰਗ ਇਹ ਅੰਗਦ ਮਿਲਿਆ। ਜਿਉ ਲਛਮਨ ਤੇ ਰਾਮਚੰਦ ਮਿਲ ਗਏ, ਭਰਤ ਤੇ ਸ਼ਤਰੂਘਨ ਰਲ ਗਏ, ਇੱਕ ਹਿੱਸਾ ਕੈਕਈ ਜਗ ਦਾ, ਇੱਕ ਹਿੱਸਾ ਕੁਸ਼ਲਿਆ, ਦੋਏ ਹਿੱਸੇ ਸੁਮਿਤਰਾ ਦੋਹਾਂ ਪਾਸੋਂ ਲੀਤੇ, ਸੋ ਹਿੱਸੇ ਨਾਲ ਫੇਰ ਹਿੱਸਾ ਜਾਏ ਰਲਿਆ। ਹੁਣ ਇਹ ਇੱਕ ਬੜਾ ਦਿਲਚਸਪ ਇਹਦਾ ਤਰੀਕਾ ਹੈ ਕਿ ਇਹ ਅੰਗਦ ਨਾਮ ਦੀ ਵਿਆਖਿਆ ਕਰਨ ਲੱਗਿਆਂ ਵੀ ਆਪਣਾ ਜਿਹੜਾ ਸੂਰਜਵੰਸ਼ੀ ਪ੍ਰੇਮ ਹੈ ਉਹਨੂੰ ਛੱਡਦਾ ਨਹੀਂ, ਤੇ ਉੱਥੇ ਹੀ ਜਾ ਕੇ ਜੋੜ ਦਿੰਦਾ ਹੈ ਕਿ ਇਹ ਅੰਗਦ ਨਾਮ ਲਿਖਣ ਦਾ ਮਤਲਬ ਹੀ ਇਹ ਹੈ ਕਿ ਇਹ ਉਸੇ ਵੰਸ਼ ਵਿੱਚੋਂ ਸਨ, ਇਸ ਕਰਕੇ ਇਹ ਨਾਮ ਰੱਖਿਆ। ਤੋ ਹੁਣ ਇਹ ਜਿਹੜੀ ਗੱਲ ਹੈ ਕਿ ਬੜੀ ਅਜੀਬ ਲੱਗਦੀ ਹੈ, ਕਿਉਂਕਿ ਅਸੀਂ ਇਸ ਚੀਜ਼ ਨੂੰ ਕਿੰਨਾ ਪ੍ਰਵਾਨ ਕਰ ਸਕਦੇ ਹਾਂ, ਕਿੰਨਾ ਨਹੀਂ ਕਰ ਸਕਦੇ, ਇਹ ਸਾਨੂੰ ਖੋਜ ਦੀ ਲੋੜ ਹੈ। ਖੈਰ ਗੁਰਿਆਈ ਤੋਂ ਬਾਅਦ ਇਹ ਲਿਖਦਾ ਹੈ ਕਿ ਭਾਈ ਲਹਿਣਾ ਜੀ ਖਡੂਰ ਸਾਹਿਬ ਆ ਟਿਕੇ। ਹਾਲਾਂਕਿ ਪਹਿਲਾਂ ਇਹ ਹਰੀਕੇ ਦਾ ਸਮ ਦਿੰਦਾ ਹੈ, ਤੇ ਉਸ ਤੋਂ ਬਾਅਦ ਇਹ ਲਿਖਦਾ ਹੈ ਕਿ ਜਿਹੜੀ ਭਾਈ ਬਾਲੇ ਦੀ ਜਨਮ ਸਾਖੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਹਦੇ ਵਿੱਚ ਸੀ ਕਿ ਭਾਈ ਬਾਲਾ ਖਡੂਰ ਸਾਹਿਬ ਆਉਂਦਾ, ਗੁਰੂ ਅੰਗਦ ਸਾਹਿਬ ਨੂੰ ਮਿਲਦਾ ਹੈ, ਫਿਰ ਗੁਰੂ ਅੰਗਦ ਸਾਹਿਬ ਭਾਈ ਬਾਲੇ ਨੂੰ ਉਹਨਾਂ ਦੀ ਜੀਵਨੀ, ਗੁਰੂ ਨਾਨਕ ਸਾਹਿਬ ਦੀ ਜੀਵਨੀ ਲਿਖਣ ਲਈ ਪ੍ਰੇਰਨਾ ਦਿੰਦੇ ਹਨ। ਉਹ ਤਲਵੰਡੀ ਜਾ ਕੇ ਉਹਨਾਂ ਦੇ ਪੁਰਾਣੇ ਜੋ ਜਨਮ ਪੱਤਰੀ ਹੈ ਉਹ ਚਾਚਾ ਜੀ ਭਾਈ ਲਾਲੂ ਜੀ ਪਾਸੋਂ ਲਿਆਂਦਾ। ਤੋ ਇਹ ਕਾਫੀ ਜਿਹੜੀ ਚੀਜ਼ ਹੈ ਉਹ ਉਸੇ ਹੀ ਵਿਸਥਾਰ ਦੇ ਵਿੱਚ ਦੁਹਰਾ ਕੇ ਕਿ ਬਈ ਇਸ ਤਰ੍ਹਾਂ ਭਾਈ ਬਾਲਾ ਸੰਧੂ ਉੱਥੇ ਆਇਆ ਤੇ ਉਸਨੇ ਇਹ ਸਾਰਾ ਕੁਝ ਕੀਤਾ। ਤੇ ਇਹ ਸਾਰੀ ਗੱਲ ਕਰਨ ਤੋਂ ਬਾਅਦ ਜਿਹੜਾ ਉਹ ਬਾਲਾ ਮੁੜ ਕੇ ਆਇਆ ਤੇ
ਜਨਮ ਸਾਖੀ ਉਹਨੇ ਲਿਖੀ। ਉਸ ਤੋਂ ਅੱਗੇ ਜਿਹੜੀ ਗੱਲ ਲਿਖਦਾ ਉਹ ਬੜੀ ਅਜੀਬ ਲਿਖਦਾ ਹੈ ਕਿ ਬਾਲੇ ਸੰਧੂ ਦੇ ਮਿਲਾਪੋਂ ਗੁਰ ਅੰਗਦ ਜ਼ਾਹਰ ਹੋਇਆ, ਤੇ ਸੰਗਤਾਂ ਲੱਗੀਆਂ ਆਵਣ ਖਬਰ ਹੋਈ ਤ੍ਰੈ ਲੋਕ। ਹੁਣ ਇਹ ਇਸ ਤਰ੍ਹਾਂ ਸ਼ੋਅ ਕਰਨਾ ਚਾਹੁੰਦਾ ਹੈ ਕਿ ਜਿਵੇਂ ਭਾਈ ਬਾਲੇ ਦੇ ਉੱਥੇ ਆਉਣ ਦੇ ਨਾਲ, ਗੁਰੂ ਅੰਗਦ ਪਾਤਸ਼ਾਹ ਨੂੰ ਮਿਲਣ ਦੇ ਨਾਲ, ਮੱਥਾ ਟੇਕਣ ਦੇ ਨਾਲ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਜਗ ਦੇ ਅੱਗੇ ਜ਼ਾਹਰ ਹੋਏ ਤੇ ਫਿਰ ਸੰਗਤਾਂ ਉੱਥੇ ਆਉਣ ਲੱਗੀ। ਹੁਣ ਇਹ ਵੀ ਇੱਕ ਟਵਿਸਟ ਜਿਹੜਾ ਹੈ ਇਸ ਲੇਖਕ ਨੇ ਉਹਦੇ ਵਿੱਚ ਦੇ ਦਿੱਤਾ। ਜਦੋਂ ਆਪਾਂ ਗੱਲ ਕੀਤੀ ਸੀ ਕਿ ਗੁਰਿਆਈ ਦਾ ਵਾਸਤੇ ਚੋਣ ਗੁਰੂ ਅੰਗਦ ਪਾਤਸ਼ਾਹ ਦੀ ਹੋਈ, ਤਾਂ ਬਾਬਾ ਸ੍ਰੀ ਚੰਦ ਨੇ ਇੱਕ ਕਬੋਲ ਬੋਲੇ ਸਨ ਕਿ ਇਹ ਕੌਣ ਕੋੜੀ ਕਰਾੜ ਹੈ। ਉਹ ਇਹਨੇ ਕਿਸੇ ਖਾਸ ਇੰਟੈਂਸ਼ਨ ਦੇ ਨਾਲ ਇਹ ਲਫ਼ਜ਼ ਲਿਖੇ ਸਨ, ਕਿਉਂਕਿ ਹੁਣ ਇਹ ਲਿਖਦਾ ਹੈ ਕਿ ਬਾਬੇ ਸ੍ਰੀ ਚੰਦ ਨੇ ਬਚਨ ਹੈਸੀ ਕੀਤਾ, ਕੋੜੀ ਕਰਾਰ ਨੂੰ ਹੈ ਗੋਦੜਾ ਦਿੱਤਾ। ਸੋ ਹੁਣ ਇਹ ਇਸ ਚੀਜ਼ ਨੂੰ ਇਹ ਬਾਬਾ ਸ੍ਰੀ ਚੰਦ ਦੇ ਵੱਲੋਂ ਦਿੱਤੇ ਗਏ ਸਰਾਪ ਦੇ ਤੌਰ ਤੇ ਪੇਸ਼ ਕਰਦਾ ਹੈ। ਤੇ ਕਹਿੰਦੇ ਸੋ ਅੰਗ ਕੋੜ ਦਾ ਸਰੀਰ ਨੂੰ ਲੱਗਾ, ਕੋਈ ਕੋਈ ਦਾਗ ਦੇਹੀ ਪਰ ਬੱਗਾ। ਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਉਹ ਕੋੜ ਦਾ ਜਿਹੜਾ ਸਰਾਪ ਲੱਗ ਗਿਆ ਤੇ ਉਹਨਾਂ ਦੇ ਸਰੀਰ ਦੇ ਉੱਤੇ ਚਿੱਟੇ ਚਿੱਟੇ ਦਾਗ ਨਿਕਲ। ਹੁਣ ਇੱਥੇ ਵੀ ਉਹ ਬਾਬਾ ਸ੍ਰੀ ਚੰਦ ਦੀ ਪੋਜੀਸ਼ਨ ਨੂੰ ਗੁਰੂ ਅੰਗਦ ਪਾਤਸ਼ਾਹ ਦੀ ਪੋਜੀਸ਼ਨ ਨਾਲੋਂ ਉੱਚਾ ਰੱਖਣਾ ਚਾਹੁੰਦਾ ਹੈ, ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਸਾਰਿਆਂ ਨੂੰ ਰਿਜੈਕਟ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਚੁਣਿਆ ਸੀ। ਤੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਸ੍ਰੀ ਚੰਦ ਜੀ ਦਾ ਵਾਸਤੇ ਇਹਦੇ ਮਨ ਦੇ ਵਿੱਚ ਕੀ ਭਾਵਨਾਵਾਂ ਹਨ ਉਹ ਇੱਥੋਂ ਸਪਸ਼ਟ ਹੋ ਜਾਂਦੀਆਂ ਹਨ ਕਿ ਇਹਦੇ ਮਨ ਦੇ ਵਿੱਚ ਉਹਨਾਂ ਦੀ ਕਾਫੀ ਇੱਜ਼ਤ ਹੈ, ਸ਼ਰਧਾ ਹੈ, ਔਰ ਇਸ ਤਰੀਕੇ ਨਾਲ ਉਹਨਾਂ ਨੂੰ ਇੱਕ ਸੁਪੀਰੀਅਰ ਪੋਜੀਸ਼ਨ ਦੇ ਉੱਤੇ ਸਾਡੇ ਸਾਹਮਣੇ ਦੱਸਣਾ ਚਾਹੁੰਦਾ ਹੈ। ਇਹ ਗੱਲ ਅੱਗੇ ਵੀ ਚੱਲਾਂਗੇ ਤੇ ਫਿਰ ਬਾਰ-ਬਾਰ ਸਾਡੇ ਸਾਹਮਣੇ ਆਏਗੀ। ਖੈਰ ਹੁਣ ਇਸ ਤੋਂ ਅੱਗੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਜੀਵਨੀ ਵਿੱਚ ਵੀ ਬਹੁਤਾ ਵਿਸਥਾਰ ਨਹੀਂ ਦਿੰਦਾ। ਹੁਣ ਇਸ ਤੋਂ ਅੱਗੇ ਉਹ ਲਿਖਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਹਨ ਉਹ ਖਡੂਰ ਸਾਹਿਬ ਆਏ, ਤੇ ਬਿਰਤਾਂਤ ਲਗਭਗ ਉਹੀ ਹੈ ਜਿਹੜਾ ਕਿ ਅਸੀਂ ਆਮ ਸੁਣਦੇ ਹਾਂ ਕਿ ਬੀਬੀ ਅਮਰੋ ਜੀ ਪਾਸੋਂ ਉਹਨਾਂ ਨੇ ਬਾਣੀ ਸੁਣੀ, ਮਨ ਦੇ ਵਿੱਚ ਇੱਛਾ ਹੋਈ ਤੇ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਤੇ ਬੀਬੀ ਜੀ ਉਹਨਾਂ ਨੂੰ ਇੱਥੇ ਸਤਿਗੁਰੂ ਜੀ ਦੇ ਕੋਲ ਲੈ ਕੇ ਆਏ। ਪਰ ਇਸ ਕਥਾ ਦੇ ਵਿੱਚ ਇੱਕ ਵੱਡਾ ਫਰਕ ਹੈ। ਫਰਕ ਇਹ ਹੈ ਕਿ ਸਾਨੂੰ ਬਾਕੀ ਸਾਰੇ ਇਤਿਹਾਸਕਾਰ ਇਹ ਦੱਸਦੇ ਹਨ ਕਿ ਬੀਬੀ ਅਮਰੋ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਦੇ ਨਾਲ, ਭਾਵ ਉਹਨਾਂ ਦੇ ਭਰਾ ਦੀ ਨੂੰਹ ਸਨ, ਭਤੀਜੇ ਨਾਲ ਵਿਆਹੇ ਹੋਏ ਸਨ। ਪਰ ਇੱਥੇ ਇਹ ਜੋ ਲਿਖਦਾ ਹੈ ਕਿ ਇਹ ਲਿਖਦਾ ਹੈ ਕਿ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਦੇ ਤਾਏ ਦੀ ਨੂੰਹ ਸਨ ਤੇ ਰਿਸ਼ਤਾ ਇਹਨਾਂ ਦਾ ਭਾਬੀ ਦੇ ਨਾਮ ਨਾਲ ਪੈਂਦਾ ਸੀ। ਔਰ ਲਿਖਦਾ ਵੀ ਇਹੀ ਹੈ ਕਿ ਉਹਦੇ ਵਿੱਚ ਐਡਰੈਸ ਕਰਦਿਆਂ ਦੱਸਦਾ ਸਤਿਗੁਰੂ ਜੀ ਨੂੰ ਤਾਂ ਉਹ ਭਾਬੀ ਕਹਿ ਕੇ ਹੀ ਐਡਰੈਸ ਕਰਦੇ ਹਨ। ਤੇ ਫਿਰ ਉਹ ਲਿਖਦਾ ਹੈ ਕਿ ਇਹ ਲੁਕ ਲੁਕ ਕੇ ਬਾਣੀ ਸੁਣਦੇ ਸਨ ਤੇ ਪਿੰਡ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਇਸ ਗੱਲ ਦੇ ਬਾਰੇ ਸ਼ੁਰੂ ਹੋ ਗਈਆਂ। ਇਹਨੇ ਇਹ ਵੀ ਚੀਜ਼ ਲਿਖੀ ਹੈ। ਮੈਂ ਥੋੜਾ ਜਿਹਾ ਆਪ ਜੀ ਨੂੰ ਪੜ੍ਹ ਕੇ ਸੁਣਾ ਦਿਆਂ ਕਿ ਘਰ ਬੈਠੀ ਸੀ ਬੀਬੀ ਦੀ ਸੱਸ ਭਾਗੋ, ਤਿਸੀ ਸਮੇਂ ਅਮਰਾ ਭੱਲਾ ਆਏ ਚਰਨੀ ਲਾਗਾ। ਕਿਉਂਕਿ ਜਦੋਂ ਉਹਨਾਂ ਨੇ ਆਬਜੈਕਟ ਕੀਤਾ ਤਾਂ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਦੀ ਸੱਸ ਬੀਬੀ ਭਾਗੋ ਦੇ ਕੋਲ ਗਏ। ਕਹੇ ਤਾਈ ਜੀ ਮੈਂ ਭਾਬੀ ਜਾਤੀ ਹੈ ਮਾਤਾ, ਮੈਂ ਭਾਬੀ ਨੂੰ ਮਾਂ ਦੇ ਸਮਾਨ ਮੰਨਦਾ ਹਾਂ। ਇਹ ਜੋ ਕੁਝ ਪੜ੍ਹਦੇ ਹਨ ਨਿਤ ਪ੍ਰਭਾਤਾ, ਮੈਨੂੰ ਇਹ ਬਚਨ ਸੁਣਨ ਦੀ ਹੈ ਚਾਹ। ਮੈਂ ਦੂਰ ਦੂਰ ਸੁਣਦਾ ਹਾਂ ਵਾਹ, ਜਬ ਐਸੇ ਬਿਨਤੀ ਕਰ ਅਮਰੇ ਕਈ, ਬਹੁ ਭਾਗੋ ਤਬ ਸਾਚੀ ਲਹੀ। ਬਹੁ ਭਾਗੋ ਤਬ ਅਮਰੇ ਨੂੰ ਕਹਿਆ, ਜੇ ਤੈਨੂੰ ਹੋਏ ਸੁਣਨੇ ਦਾ ਹਿੱਤ ਹੈ ਰਿਹਾ ਤਾਂ ਇਸ ਦੇ ਪਿਤਾ ਪਾਸ ਤੂੰ ਜਾ, ਉੱਥੇ ਸੁਣ ਭਾਵੇਂ ਸਿੱਖ ਜੋ ਤੈਨੂੰ ਹੈ ਚਾ। ਤਾਂ ਫਿਰ ਬਾਬਾ ਅਮਰਦਾਸ ਜੀ ਬੇਨਤੀ ਕਰਦੇ ਹਨ ਕਿ ਜਦ ਭਾਬੀ ਜੀ ਪੇਕੇ ਜਾਣਗੇ ਤਾਂ ਮੈਨੂੰ ਵੀ ਉੱਥੇ ਨਾਲ ਮਿਲਾ ਦੇਣ ਉਹਨਾਂ ਨੂੰ, ਤਾਂ ਮੈਨੂੰ ਵੀ ਉੱਥੇ ਜਾਏ ਸੌਂਪਣੀ ਕਰਾਏ ਤੇ ਤੁਸੀਂ ਮੇਰੇ ਤੇ ਅਹਿਸਾਨ ਕਰੋ ਕਿ ਜਦੋਂ ਜਾਣ ਮੈਨੂੰ ਨਾਲ ਲੈ ਜਾ। ਤਾਂ ਉਹਨਾਂ ਦੇ ਤਾਈ ਜੀ, ਇਹਨਾਂ ਦੇ ਮੁਤਾਬਕ ਜਿਹਨੂੰ ਉਹ ਤਾਈ ਜੀ ਕਹਿ ਰਹੇ ਹਨ, ਉਹਨਾਂ ਨੇ ਕਿਹਾ ਕਿ ਬੀਬੀ ਜਦੋਂ ਅਗਲੀ ਵਾਰ ਜਾਏਗੀ ਤੇ ਤੁਹਾਨੂੰ ਨਾਲ ਲੈ ਜਾਏਗੀ। ਤਾਂ ਫਿਰ ਉਸ ਤੋਂ ਬਾਅਦ ਇਹ ਲਿਖਦੇ ਹਨ ਕਿ ਜਦੋਂ ਉਹ ਗਏ ਫਿਰ ਉਹ ਮਤਲਬ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ ਕਥਾ ਲਿਖਦੇ ਹਨ ਕਿ ਉੱਥੇ ਗਏ ਤੇ ਫਿਰ ਜਦੋਂ ਗਏ ਨੇ ਉੱਥੇ ਤਾਂ ਉੱਥੇ ਜਾ ਕੇ ਉਹਨਾਂ ਨੇ
ਉਹਨਾਂ ਨੂੰ ਮੁਲਾਕਾਤ ਕਰਾਈ। ਪਰ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਉਹ ਇੱਕ ਹੋਰ ਕਥਾ ਸਾਨੂੰ ਦੁਬਾਰਾ ਬਾਬਾ ਸ੍ਰੀ ਚੰਦ ਜੀ ਦੇ ਬਾਰੇ ਲਿਖਦਾ ਹੈ। ਲਿਖਦਾ ਕੀ ਹੈ ਕਿ ਜਿਹੜੀ ਇੱਕ ਥਾਂ ਦੇ ਉੱਤੇ ਉਹ ਲਿਖਦਾ ਹੈ ਕਿ ਜਿਹੜੀ ਇਹਨੇ ਮਤਲਬ ਡਿਟੇਲ ਦਿੱਤੀ ਹੈ ਕਿ ਜਦੋਂ, ਹਾਲਾਂਕਿ ਪਹਿਲਾਂ ਇਹ ਲਿਖਾ ਹੈ ਕਿ ਜਦੋਂ ਗੁਰਿਆਈ ਬਖਸ਼ੀ ਗਈ ਤਾਂ ਬਾਬਾ ਸ੍ਰੀ ਚੰਦ ਨੇ ਚੈਲੰਜ ਕੀਤਾ, ਫਿਰ ਉਹ ਕਰਾਮਾਤ ਵਾਪਰੀ ਉਹਦੀ ਜਿਹੜਾ ਚੋਲਾ ਚੁੱਕਣ ਵਾਲੀ, ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਵੀ ਠੀਕ ਹੈ ਤੈਨੂੰ ਬਾਬੇ ਨੇ ਦਿੱਤੀ ਹੈ ਤਾਂ ਤੂੰ ਗੁਰਿਆਈ ਤੇਰੇ ਕੋਲ ਹੀ ਹੈ। ਪਰ ਇੱਥੇ ਆ ਕੇ ਹੁਣ ਕਥਾ ਨੂੰ ਬਿਲਕੁਲ ਉਲਟ ਦਿੰਦੇ ਨੇ। ਉਲਟ ਕੀ ਦਿੰਦੇ ਨੇ ਇੱਥੇ, ਦੁਬਾਰਾ ਸਾਰੀ ਗੱਲ ਇੱਕ ਵਾਰੀ ਫਿਰ ਕਥਾ ਲਿਖਦੇ ਨੇ ਤੇ ਹੁਣ ਨਵੇਂ ਤਰੀਕੇ ਨਾਲ ਲਿਖਦੇ ਨੇ। ਹੁਣ ਜਦੋਂ ਪਹਿਲਾਂ ਇਹਨਾਂ ਨੇ ਕਥਾ ਲਿਖੀ ਸੀ ਤਾਂ ਉਹਦੇ ਵਿੱਚ ਇਹਨਾਂ ਨੇ 2-3 ਗੱਲਾਂ ਲਿਖੀਆਂ ਸੀ, ਮੈਂ ਉਹ ਦੁਬਾਰਾ ਰਿਪੀਟ ਕਰਦੇ ਆਂ ਵੀ ਇਹਨਾਂ ਦੀ ਲਿਖਣ ਦਾ ਸਟਾਈਲ ਕੀ ਹੈ। ਕਿ ਉਦੋਂ ਇਹਨਾਂ ਨੇ ਕਿਹਾ ਸੀ ਕਿ ਕਰ ਸੰਸਕਾਰ ਕਿਰਿਆ ਪਰ ਬੈਠੇ, ਦਿਨ 13 ਸਭ ਰਹੇ ਇਕੱਠੇ, ਗਰਨ ਪੁਰਾਣ ਕੀ ਕਥਾ ਨਿਤ ਹੋਵੈ, ਜੋ ਕੋਈ ਸੁਣੈ ਸੋਈ ਰੋਵੈ। ਤੇ ਫਿਰ ਅਖੀਰ ਤੇ ਕਿਹਾ ਕਿ ਵਿੱਚ ਚਿਖਾ ਫੁੱਲ ਰਿਹਾ ਨਾ ਕੋਈ, ਸਣ ਦੇ ਹੀ ਉੱਠ ਗਏ ਨਹੀਂ ਸੋਈ। ਤੋ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਲਿਖਿਆ ਸੀ ਕਿ ਉਹਨਾਂ ਦਾ ਸੰਸਕਾਰ ਕੀਤਾ, ਕੇਵਲ ਉਹਨਾਂ ਦੀ ਚਿਖਾ ਦੇ ਵਿੱਚੋਂ ਫੁੱਲ ਨਹੀਂ ਸਨ। ਹੁਣ ਇੱਥੇ ਕੀ ਲਿਖਦੇ ਹਨ ਕਿ ਜਦੋਂ ਦੁਬਾਰਾ ਉਹ ਕਥਾ ਨੂੰ ਡਿਸਕ੍ਰਾਈਬ ਕਰਦੇ ਹਨ ਕਿ ਉਹਨਾਂ ਨੇ ਕਿਹਾ ਕਿ ਬਈ ਇਸ ਤਰੀਕੇ ਨਾਲ ਗੱਲ ਹੋਈ ਹੈ ਕਿ ਗੁਰੂ ਜੀ ਨੇ ਉਹ ਅੰਗਦ ਦੇ ਕੋਲ ਹੀ ਗੋਦੜਾ ਰਹਿ ਗਿਆ, ਤਾਂ ਉਹ ਕਹਿੰਦਾ ਹੈ ਕਿ ਸਾਹਿਬ ਦੀ ਲਾਸ਼ ਸਾਹਿਬ ਦੀ ਅੰਦਰ ਸੀ ਪਈ, ਚਾਦਰ ਚੌਪਟੀ ਐਸੀ ਉੱਪਰ ਲਈ, ਤੱਤੇ ਆਖਣ। ਹੁਣ ਇੱਥੇ ਉਹ ਕਹਿੰਦਾ ਹੈ ਕਿ ਇੱਕ ਪਾਸੇ ਮੁਸਲਮਾਨ ਆ ਗਏ ਤੇ ਉਹ ਕਹਿੰਦੇ ਕਿ ਅਸੀਂ ਗੁਰੂ ਜੀ ਦੀ ਲਾਸ਼ ਨੂੰ, ਸਰੀਰ ਨੂੰ ਕਬਰ ਵਿੱਚ ਦਬਣਾ ਹੈ, ਇਹ ਸਾਡਾ ਪੈਗੰਬਰ ਹੈ, ਤੇ ਸਾਹਿਬਜ਼ਾਦੇ ਕਹਿਣ ਕਿ ਅਸੀਂ ਸੰਸਕਾਰ ਕਰਨਾ ਹੈ। ਹੁਣ ਇਹ ਕਹਾਣੀ ਜਿਹੜੀ ਅਸੀਂ ਸੁਣਦੇ ਹਾਂ ਉਹ ਪਹਿਲਾਂ ਹੋਰ ਤਰੀਕੇ ਨਾਲ ਦੱਸਿਆ, ਹੁਣ ਇੱਥੇ ਆ ਕੇ ਬਿਲਕੁਲ ਹੋਰ ਤਰੀਕੇ ਨਾਲ ਦੱਸਦਾ। ਜਿਹੜੀ ਆਮ ਪ੍ਰਚਲਿਤ ਕਥਾ ਸਾਨੂੰ ਅੱਜ ਵੀ ਕਈ ਕਥਾਕਾਰ ਸੁਣਾਉਂਦੇ ਹਨ ਕਿ ਤੱਤੇ ਆਖਣ ਅਸੀਂ ਦੱਬਾਂਗੇ ਵਿੱਚ ਕਬਰ, ਇਹ ਹੈ ਸਾਡਾ ਪੈਗੰਬਰ, ਤੇ ਸਾਹਿਬਜ਼ਾਦੇ ਆਖਣ ਅਸਾਂ ਕਰਨਾ ਹੈ ਸੰਸਕਾਰ, ਤੇ ਅੱਗੇ ਲਿਖਦਾ ਅੰਦਰ ਮੁਰਦਾ ਝਗੜਾ ਬਾਹਰ ਬਾਹਰ। ਤਾਂ ਫਿਰ ਕਹਿੰਦਾ ਹੈ ਕਿ ਉੱਥੇ ਕੋਈ ਰਾਹੀ ਆਇਆ, ਉਹਨੇ ਕਿਹਾ ਵੀ ਇਹ ਕੀ ਝਗੜਾ ਕਰ ਰਹੇ ਹੋ ਤੁਸੀਂ। ਉਹਨਾਂ ਨੇ ਗੱਲ ਦੱਸੀ ਤੇ ਉਹ ਕਹਿੰਦਾ ਕਿ ਮੈਂ ਤੇ ਗੁਰੂ ਨਾਨਕ ਸਾਹਿਬ ਨੂੰ ਰਾਹ ਜਾਂਦਿਆਂ ਹੁਣੇ ਮਿਲਿਆ, ਉਹ ਇਕੱਲੇ ਹੀ ਜਾ ਰਹੇ ਸਨ। ਤੇ ਫਿਰ ਉਹਨਾਂ ਨੇ ਦੇਖਿਆ ਤੇ ਚੱਦਰ ਤੇ ਖਾਲੀ ਪਈ ਸੀ। ਤਾਂ ਫਿਰ ਇਹਨਾਂ ਨੇ ਉਹ ਦੋ ਪੱਟ ਕਰ ਲਏ, ਦੋ ਹਿੱਸੇ ਕਰ ਲਏ, ਤੇ ਇੱਕ ਨੇ ਦਬ ਲਈ ਤੇ ਇੱਕ ਨੇ ਉਹ ਕਰ ਲਈ। ਤੇ ਇਹ ਲਿਖਦਾ ਹੈ ਕਿ ਇਹਨਾਂ ਸਾੜ ਕੇ ਚਿਖਾ ਬਣਾਈ, ਰਾਖ ਮੇਲ ਹਰਸਰ ਦਈ ਪਠਾਈ, ਭਾਵ ਗੰਗਾ 'ਚ ਭੇਜ ਦਿੱਤੀ। ਤੇ ਇਹਨਾਂ ਜਗ੍ਹਾ ਖੋਦ ਤਹਾਂ ਕੁਆਂ ਕੀਆ, ਉਹਨਾਂ ਪਾਸ ਬਣਾਏ ਮਕਤਬ ਲਿਆ, ਦੋਨੋਂ ਇਕੱਠੇ ਏਕ ਦਰਵਾਜ਼ਾ, ਖੱਬੇ ਮਸੀਤ ਸੱਜੇ ਕੂਪ ਬਿਰਾਜਾ, ਵਹਿ ਪੜਨ ਕਲਮਾ ਅਤੇ ਨਿਵਾਜਾਂ, ਇੱਧਰ ਸ਼ਬਦ ਸਾਖੀ ਦੀਆਂ ਆਵਾਜ਼ਾਂ। ਸਿੰਘ ਕੇਸਰ ਇਹ ਕਥਾ ਬਣਾਈ, ਉਹ ਮਸੀਤ ਅਤੇ ਕੂਆਂ ਦੋਨੋਂ ਇਕੱਠੇ, ਅਸੀਂ ਅੱਖੀਂ ਡਿੱਠੇ ਜਾਈ, ਉਸ ਕੂਏ ਤੇ ਇਸ਼ਨਾਨ ਅਸਾਂ ਵੀ ਹੈ ਕੀਤਾ, ਉਸ ਕੂਏ ਦਾ ਜਲ ਅਸੀਂ ਵੀ ਹੈ ਪੀਤਾ। ਤਾਂ ਹੁਣ ਇਹ ਦੋ ਵਰਸ਼ਨ ਇਸ ਘਟਨਾ ਦੇ ਦਿੰਦਾ ਹੈ। ਪਹਿਲਾਂ ਉਹਨਾਂ ਨੇ ਕਿਹਾ ਕਿ 13 ਦਿਨ ਉੱਥੇ ਗਰੁੜ ਪੁਰਾਣ ਦੀ ਕਥਾ ਹੁੰਦੀ ਰਹੀ, ਸੰਸਕਾਰ ਕਰਕੇ ਫੁੱਲ ਜਿਹੜੇ ਨੇ ਉਹ ਹਰਸਰ ਭੇਜ ਦਿੱਤੇ ਗਏ, ਤੇ ਇੱਥੇ ਜਾ ਕੇ ਇਹ ਦੂਜੀ ਕਥਾ ਹੋ ਗਈ। ਤੇ ਇਹ ਅੱਗੋਂ ਆਉਣ ਵਾਲੇ ਲੇਖਕਾਂ ਨੇ, ਇਹਨਾਂ ਤੋਂ ਬਾਅਦ ਜਿੰਨੇ ਇਤਿਹਾਸ ਲਿਖਿਆ ਗਿਆ, ਉਹਨਾਂ ਨੂੰ ਇਹ ਕਥਾ ਜਿਹੜੀ ਇਹਨੇ ਦੁਬਾਰਾ ਲਿਖੀ ਹੈ ਉਹ ਜ਼ਿਆਦਾ ਦਿਲਚਸਪ, ਰੌਚਕ ਜਾਂ ਕੀ ਲੱਗੀ, ਜਾਂ ਕਿਸ ਤਰ੍ਹਾਂ, ਕੀ ਉਹਨਾਂ ਨੇ ਕਾਰਨ ਸੀ ਇਸ ਚੀਜ਼ ਨੂੰ ਉਹਨਾਂ ਨੇ ਪ੍ਰਵਾਨ ਕਰਕੇ, ਤੇ ਇਹ ਕਥਾ ਅੱਜ ਤੱਕ ਸਾਡੇ ਪ੍ਰਚਲਿਤ ਚੱਲੀ ਆ ਰਹੀ। ਤਾਂ ਹੁਣ ਇਹ ਉਸ ਝਗੜੇ ਦਾ ਜਦੋਂ ਬਿਆਨ ਕਰਕੇ ਸਾਰਾ ਦੱਸ ਦਿੰਦਾ ਹੈ, ਤਾਂ ਫਿਰ ਅੱਗੇ ਬੜੀ ਦਿਲਚਸਪ ਗੱਲ ਲਿਖਦਾ ਹੈ ਕਿ ਜਿਹੜਾ ਜਦੋਂ ਇਸ ਤਰੀਕੇ ਦੇ ਨਾਲ ਇਹ ਝਗੜਾ ਹੋ ਗਿਆ, ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਗੁਰਿਆਈ ਦੇ ਦਿੱਤੀ ਗਈ ਅਖੀਰ ਦੇ ਉੱਤੇ। ਤੇ ਉਸ ਤੋਂ ਬਾਅਦ ਇਹ ਲਿਖਦਾ ਹੈ ਕਿ ਬਾਬਾ ਸ੍ਰੀ ਚੰਦ, ਲਖਮੀ ਚੰਦ ਵੀ ਦਰਬਾਰ ਲਾ ਕੇ ਬਹਿ ਗਏ। ਦੋਏ ਦਰਬਾਰ ਤਬ ਲੱਗੇ ਲੱਗਣ, ਇੱਕ ਸਾਹਿਬ ਸ੍ਰੀ ਚੰਦ ਦੇ, ਦੂਜੇ ਗੁਰੂ ਅੰਗਦ ਦੇ ਸੰਗਤਾਂ ਵਗਣ। ਸੰਗਤਾਂ ਦੋ ਪਾਸੇ ਹੋ ਗਈਆਂ, ਤਾਂ ਇਸ ਤਰੀਕੇ ਨਾਲ ਦੋ ਦਰਬਾਰ ਲੱਗਣੇ ਸ਼ੁਰੂ ਹੋ ਗਏ।
ਤੋ ਇੱਥੇ ਵਿੱਚ ਇਹ ਕਥਾ ਲਿਖਣ ਤੋਂ ਬਾਅਦ ਫਿਰ ਵਾਪਸ ਜਿਹੜੀ ਕਥਾ ਇਹਨੇ ਪਹਿਲਾਂ ਸ਼ੁਰੂ ਕੀਤੀ ਸੀ ਗੁਰੂ ਅਮਰਦਾਸ ਸਾਹਿਬ ਦੇ ਮਿਲਾਪ ਦੀ, ਕਿਉਂਕਿ ਉਹਦੇ ਵਿੱਚ ਵੀ ਇਹਨੇ ਫਿਰ ਇਹਨਾਂ ਫੈਕਟਸ ਨੂੰ ਯੂਜ਼ ਕਰਨਾ ਹੈ, ਇਸ ਤਰੀਕੇ ਨਾਲ ਇਹਦੀ ਰਚਨਾ ਕੀਤੀ ਹੈ। ਤੇ ਗੁਰੂ ਬੀਬੀ ਅਮਰੋ ਜੀ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਨੂੰ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਲਿਆ ਕੇ ਬੀਬੀ ਅਮਰੋ ਜੀ ਸਿਫਾਰਿਸ਼ ਕੀਨੀ ਟਹਿਲ ਲੰਗਰ ਕੀ ਗੁਰੂ ਅੰਗਦ ਜੀ ਨੇ ਅਮਰਦਾਸ ਭੱਲੇ ਕੋ ਦੀ। ਤੋ ਇੱਥੇ ਉਹ ਅੱਗੇ ਜਾ ਕੇ ਹੁਣ ਫਿਰ ਬੜੀ ਦਿਲਚਸਪ ਗੱਲ ਲਿਖਦੇ ਨੇ ਕਿ ਜਦੋਂ ਉਹ ਗੁਰੂ ਅਮਰਦਾਸ ਜੀ ਆ ਕੇ ਸੇਵਾ ਕਰਨ ਲੱਗ ਗਏ ਤਾਂ ਉਹਨਾਂ ਨੂੰ ਲੰਗਰ ਦੀ ਸੇਵਾ ਮਿਲੀ। ਗੁਰੂ ਅਮਰਦਾਸ ਜੀ ਲੱਗੇ ਟਹਿਲ ਕਮਾਵਣ, ਲੱਕੜੀਆਂ ਬਾਲਣ, ਪਾਣੀ ਸਭ ਲੈ ਆਵਣ। ਇੱਥੇ ਉਹ ਸੰਮਤ ਦਿੰਦਾ ਹੈ ਜੀ ਕਿ 15 ਸੰਮਤ 1601 ਲੱਗਾ ਗੁਰੂ ਅਮਰਦਾਸ ਜੀ ਆਏ ਚਰਨੀ ਲੱਗਾ। ਇਹ ਸਮਾਂ ਬੰਦਾ ਹੈ ਸਨ 1554 ਦਾ ਜੀ। ਤੋ ਇਸ਼ਨਾਨ ਗੁਰੂ ਅੰਗਦ ਜੀ ਨੂੰ ਕਰਾਏ, ਸਰੀਰ ਸਾਹਿਬ ਦੇ ਉੱਪਰ ਦੇਖੇ ਬੱਗੇ ਦਾਗ, ਚਾਹੇ ਦੂਰ ਕਰਨ ਦਾ ਇਲਾਜ। ਹੁਣ ਚੁੱਕੇ ਉਹ ਇਸ਼ਨਾਨ ਕਰਾਉਣ ਦੀ ਸੇਵਾ ਉਹਨਾਂ ਨੇ ਲਈ ਸੀ, ਇਸ਼ਨਾਨ ਗੁਰੂ ਅੰਗਦ ਜੀ ਨੂੰ ਕਰਵਾਏ, ਦਾਗ ਜਾਵਣ ਦਾ ਸੰਸਾ ਮਨ ਲੀਤਾ ਲਾਏ, ਇਸ ਕੰਮ ਨੂੰ। ਤੋ ਉਹ ਕਹਿੰਦੇ ਹੋਏ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਨੇ ਬਟਾਲੇ ਜਾ ਕੇ ਇੱਕ ਵੈਦ ਨੂੰ, ਚੰਗੇ ਹਕੀਮ ਨੂੰ ਕੰਸਲਟ ਕੀਤਾ, ਉਹਦੇ ਕੋਲੋਂ ਇਲਾਜ ਪੁੱਛਿਆ, ਉਹਨੇ ਕੋਈ ਜੜੀਆਂ ਬੂਟੀਆਂ ਦੱਸੀਆਂ ਤੇ ਉਹ ਜਿਹੜੀਆਂ ਜੜੀਆਂ ਬੂਟੀਆਂ ਇਹਨਾਂ ਨੇ ਲੱਭ ਕੇ ਲਿਆਣੀਆਂ ਤੇ ਫਿਰ ਉਹਨਾਂ ਦੀ ਦਵਾਈ ਬਣਾ ਕੇ ਉਹਨਾਂ ਨੇ ਉਹਨਾਂ ਦਾਗਾਂ ਦੇ ਉੱਤੇ ਲਾਣੀ ਸ਼ੁਰੂ ਕਰ ਦਿੱਤੀ ਵੀ ਸਤਿਗੁਰੂ ਜੀ ਦੇ ਉਹ ਸਰੀਰ ਤੋਂ ਦਾਗ ਠੀਕ ਕੀਤੇ ਜਾਣ। ਤਾਂ ਉੱਥੇ ਕੀ ਕਹਿੰਦੇ ਨੇ ਕਿ ਬਚਨ ਕੀਤਾ, ਭਾਵ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹਾ, ਅਮਰਦਾਸ ਕੀ ਹੈ ਮਲਦਾ, ਕਹੇ ਜੀ ਇਹ ਦਾਗ ਚਿੱਟਾ ਜਾਏ ਢਲਦਾ। ਬਚਨ ਕੀਤਾ, ਇਹ ਦਾਗ ਨਹੀਂ ਜਾਂਦਾ, ਇਹ ਦਾਗ ਹੈ ਗੁਰਾਂ ਦੀ ਕਿਰਪਾ ਦਾ। ਅਮਰੇ ਕਿਹਾ ਜੀ ਗੁਰਾਂ ਇਹੋ ਕਿਰਪਾ ਕੀਤੀ, ਤਾਂ ਬਚਨ ਕੀਤਾ ਜੋ ਉਹਨਾਂ ਦਿੱਤੀ ਅਸਾਂ ਸੋਈ ਲਿੱਤੀ। ਤਾਂ ਹੁਣ ਇਸ ਤਰੀਕੇ ਦੇ ਨਾਲ ਇਹ ਦਾਗ ਜਿਹੜੇ ਸ੍ਰੀ ਚੰਦ ਜੀ ਦੇ, ਜਿਵੇਂ ਇਹਨੇ ਅੱਗੇ ਦੱਸਿਆ ਕਿ ਸਰਾਪ ਦੇ ਨਾਲ ਲੱਗੇ, ਉਹਨਾਂ ਦਾ ਉਹ ਇਲਾਜ ਕਰਨ ਜਾਂਦੇ ਆ। ਤੇ ਉੱਥੇ ਵੀ ਜਦੋਂ ਇਲਾਜ ਕਰਨ ਲਈ ਜੜੀ ਬੂਟੀ ਲੱਭਣ ਜਾਂਦੇ ਹਨ ਤਾਂ ਇੱਕ ਤਲਾਬ ਦੇ ਕੋਲ ਉਹ ਜੜੀ ਬੂਟੀ ਮਿਲਦੀ ਹੈ। ਤਾਂ ਉੱਥੇ ਜਾ ਕੇ ਉਹ ਤਲਾਬ ਦੇ ਵਿੱਚ ਪਾਣੀ ਵੀ ਵਰਤਦੇ ਹਨ ਤੇ ਉੱਥੇ ਬੈਠ ਕੇ ਭਗਤੀ ਵੀ ਕਰਦੇ ਹਨ। ਤੇ ਕਹਿੰਦਾ ਉਹਨਾਂ ਦਾ ਧਿਆਨ ਉੱਥੇ ਬੜਾ ਅੱਛਾ ਲੱਗਦਾ ਸੀ। ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਨਾਲ ਉਹਨਾਂ ਨੇ ਗੱਲ ਕੀਤੀ। ਹੁਣ ਇੱਥੇ ਵੀ ਇਹਨਾਂ ਦੀ ਜੋ ਟੈਂਡੈਂਸੀ ਹੈ ਉਹ ਉੱਭਰ ਕੇ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਭਾਈ ਅਮਰਿਆ, ਜਦੋਂ ਉਹਨਾਂ ਨੇ ਕਿਹਾ ਕਿ ਉੱਥੇ ਬੜਾ ਧਿਆਨ ਲੱਗਦਾ ਹੈ, ਤੇ ਗੁਰੂ ਅੰਗਦ ਜੀ ਤਾਂ ਵੈਸੇ ਕਹਿਆ, ਭਾਈ ਅਮਰਿਆ ਸ਼ੰਭੂ ਮੁਨ ਜੀ ਇੱਥੇ ਤਪ ਹੈ ਕਰਦਾ ਰਿਹਾ, ਰਾਜੇ ਖਵਾਕ ਇੱਥੇ ਹੈ ਸੀ ਜਗ ਕਰਵਾਇਆ, ਏਸੀ ਬਣਿਆ ਕੁੰਡ ਹੋਮ ਦਾ ਅਹੂਤੀ ਇੱਥੇ ਪਾਇਆ, ਲੱਖ ਬ੍ਰਾਹਮਣ ਇੱਥੇ ਭੋਜਨ ਕਰ ਗਏ ਤਾਂ ਤੇ ਇਹ ਅਸਥਾਨ ਪਵਿੱਤਰ ਰਤ ਪਏ। ਹੁਣ ਰਾਜਾ ਇਖਵਾਕ ਜਿਹੜਾ ਹੈ ਉਹ ਦਸ਼ਰਥ ਜੀ ਦਾ ਇੱਕ ਪੂਰਵਜ ਹੈ, ਬੜਾ ਵੱਡਾ ਰਾਜਾ ਗਿਣਿਆ ਗਿਆ ਹੈ। ਉਹਦਾ ਨਾਮ ਇੱਥੇ ਲੈ ਆਏ ਹਨ। ਉਹ ਜਿਹੜੀ ਹਰ ਥਾਂ ਦੇ ਉੱਤੇ ਉਸ ਚੀਜ਼ ਨੂੰ ਇਹ ਲਿਆ ਕੇ ਸਾਨੂੰ ਦੱਸ ਰਹੇ। ਖੈਰ ਜਦੋਂ ਇੱਥੇ ਹੋਇਆ ਤੇ ਇਹਨਾਂ ਨੇ ਦੇਖਿਆ ਦਾਗ ਦੂਰ ਨਹੀਂ ਹੋ ਰਿਹਾ, ਤਾਂ ਫਿਰ ਇਹ ਕਹਿੰਦੇ ਹਨ ਕਿ ਇਹਨਾਂ ਨੇ ਸੋਚਿਆ ਕਿ ਇਹਦਾ ਇਲਾਜ ਤੇ ਹੁਣ ਬਾਬਾ ਸ੍ਰੀ ਚੰਦ ਕੋਲੋਂ ਹੀ ਕਰਵਾਉਣਾ ਪਏਗਾ। ਤਾਂ ਉਹ ਸ੍ਰੀ ਚੰਦ ਜੀ ਦੇ ਦਰਸ਼ਨ ਕਰਨ ਗਏ। ਉੱਥੇ ਜਾ ਕੇ ਇਹਨਾਂ ਨੇ ਭੇਟਾ ਕੀਤੀ, ਮਾਇਆ ਲੈ ਕੇ ਗਏ, ਭੇਟਾ ਕੀਤੀ। ਤਾਂ ਫਿਰ ਤਬੈ ਅਮਰਦਾਸ ਜੀ ਦਾਗ ਦੂਰ ਕਰਨ ਨੂੰ ਇਹ ਬੇਨਤੀ ਕੀਤੀ। ਤਾਂ ਉਹਨਾਂ ਨੂੰ ਕਿਹਾ ਕਿ ਆਪ ਤੇ ਫਕੀਰ ਹੋ, ਆਪ ਚੰਦਰਮਾ ਹੋ, ਅਗਨੀ ਆਪ ਦੇ ਅੰਦਰ ਨਹੀਂ ਹੈ, ਤਾਂ ਫਿਰ ਤੁਮ ਹੋ ਸਸ ਅੰਮ੍ਰਿਤ ਭਰਪੂਰੇ, ਰਹੇ ਨਾ ਤੁਮ ਸਮ ਪ੍ਰਗਟੇ ਜਬ ਸੂਰ। ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸ੍ਰੀ ਚੰਦ ਜੀ ਨੂੰ ਕਿਹਾ ਕਿ ਇਹ ਦਾਗ ਦੂਰ ਕਰੋ। ਤਾਂ ਫਿਰ ਸ੍ਰੀ ਚੰਦ ਜੀ ਦੀ ਅਸੀਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਮਕੇ ਛੱਪੜ ਕਰੇ ਮਜਨ ਹੋਏ ਆਨੰਦ, ਏਕ ਮਾਸ ਤਾਂ ਮਜਨ ਕਰੀਐ, ਰਹੇ ਨਿਸ਼ਾਨੀ ਸਭ ਪਰ ਹਰੀਐ, ਤਬ ਤੇ ਤਹਾਂ ਤੇ ਆਵਤ ਹੀ ਤਹਾਂ ਗਏ, ਮਾਸ ਏਕ ਤੈ ਮਜਨ ਕਰਤੇ ਭਏ, ਰਹੀ ਨਿਸ਼ਾਨੀ ਸਭ ਭਏ, ਗਏ ਸਭ ਦਾਗ, ਅਬ ਨਾਉ ਤਾਕਾ ਹੈ ਤਰਨ ਤਾਰਨ ਦੁਖ ਜਾਏ ਤਿਆਗ। ਤਾਂ ਹੁਣ ਇੱਥੇ ਇਹ ਕਥਾ ਨੂੰ ਇਸ ਤਰੀਕੇ ਦੇ ਨਾਲ ਟਵਿਸਟ ਦੇ ਕੇ ਦੱਸਦੇ ਹਨ ਕਿ ਉਹ ਜਿਹੜਾ ਛੱਪੜ ਜਿਹਦੀ ਬਰਕਤ ਦੇ ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਰੀਰ ਦੇ ਤਨ ਦੇ ਉੱਤੋਂ ਗੁਰੂ ਸ੍ਰੀ ਚੰਦ ਜੀ ਦੇ ਜਿਹੜੇ ਸਰਾਪ ਦੇ ਦਾਗ ਖਤਮ ਹੋਏ, ਉਹ ਜਿਹੜਾ ਛੱਪੜ ਹੈ ਉਹ ਅੱਜ ਤਰਨ ਤਾਰਨ ਦੇ ਨਾਮ ਦੇ ਨਾਲ ਮਸ਼ਹੂਰ ਹੈ।
ਤੋ ਇਹ ਤਰਨ ਤਾਰਨ ਦਾ ਵੀ ਜਿਹੜਾ ਸਰੋਵਰ ਹੈ, ਉਹਦਾ ਨਾਤਾ ਹੈ ਬਾਬਾ ਸ੍ਰੀ ਚੰਦ ਜੀ ਨਾਲ ਜੋੜ ਦਿੰਦੇ ਆ। ਤੋ ਖੈਰ ਇਸ ਤਰ੍ਹਾਂ ਦੀਆਂ ਟਵਿਸਟਸ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਬਹੁਤ ਲੱਗਦੀ ਹੈ। ਇਹ ਅੱਗੇ ਚੱਲ ਕੇ ਜਦੋਂ ਇਹਨਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਜਿਹੜੇ ਅਸੀਂ ਮਹਾਨ ਕਾਰਜ ਅਸੀਂ ਮੰਨਦੇ ਹਾਂ, ਉਹਨਾਂ ਵੱਲੋਂ ਲੰਗਰ ਚਲਾਇਆ ਜਾਣਾ, ਸੰਗਤਾਂ ਦਾ ਹੁਮ ਹੁਮਾ ਕੇ ਆਉਣਾ, ਪੰਜਾਬੀ ਗੁਰਮੁਖੀ ਦਾ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੀ, ਇਹ ਸਾਰੀਆਂ ਗੱਲਾਂ ਵਿੱਚੋਂ ਤੇ ਹੋਰ ਹੁਮਾਯੂੰ ਦੀ ਜਿਹੜੀ ਗੱਲਬਾਤ ਹੈ, ਹੋਰ ਕੋਈ ਇਹਨਾਂ ਨੇ ਜ਼ਿਕਰ ਨਹੀਂ ਕਿਸੇ ਥਾਂ ਤੇ ਵੀ ਕੀਤਾ। ਅੱਗੋਂ ਜਾ ਕੇ ਇਹਨਾਂ ਨੇ ਇੱਕ ਕਥਾ ਲਿਖ ਦਿੱਤੀ ਹੈ, ਜਿਹੜੀ ਅਸੀਂ ਗੁਰੂ ਅੰਗਦ ਪਾਤਸ਼ਾਹ ਦੀ ਥਾਂ ਤੇ ਜ਼ਿਆਦਾਤਰ ਇਤਿਹਾਸਕਾਰ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਨਾਲ ਸੰਬੰਧਿਤ ਕਰਦੇ ਹਨ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਮੇਂ ਤੇ ਜਿਹੜੇ ਡੂਮ ਭਾਵ ਮਰਾਸੀ ਕੀਰਤਨ ਕਰਦੇ ਸਨ, ਉਹ ਗੋਲਕ ਦਾ ਝਗੜਾ ਪਾ ਬੈਠੇ। ਤਾਂ ਫਿਰ ਉਸ ਚੀਜ਼ ਦੇ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹਨਾਂ ਨੂੰ ਤਿਲਾਂਜਲੀ ਦੇ ਦਿੱਤੀ ਤੇ ਉਸ ਤੋਂ ਬਾਅਦ ਗੁਰੂ ਦਰਬਾਰ ਵਿੱਚ ਕੇਵਲ ਸਿੱਖ ਹੀ ਕੀਰਤਨ ਕਰਨ ਲੱਗ ਪਏ। ਇਹ ਇਸ ਕਵੀ ਦੇ ਮੁਤਾਬਕ ਦੀ ਕਥਾ ਹੈ। ਹਾਲਾਂਕਿ ਇਹਦੇ ਵਿੱਚ ਵੀ ਉਹ ਇਸ ਨੂੰ ਕਰਾਮਾਤੀ ਢੰਗ ਨਾਲ ਹੀ ਸੋਲਵ ਕਰਦਾ ਹੈ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਹਾ ਕਿ ਹੁਣ ਮੈਂ ਕੀ ਕਰਾਂ, ਤੇ ਉਹਨਾਂ ਨੇ ਇੱਕ ਥਾਂ ਤੇ ਜਾ ਕੇ ਇਕੱਲ ਵਿੱਚ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਤੇ ਉਹਨਾਂ ਨੇ ਅੱਗੋਂ ਹੁਕਮ ਕੀਤਾ ਕਿ ਤੂੰ ਇਸ ਤਰ੍ਹਾਂ ਕਰ। ਤੇ ਫਿਰ ਉਹਨਾਂ ਨੇ ਇਹ ਜਿਹੜਾ ਕੀਤਾ, ਇਹ ਹੁਕਮ ਕੀਤਾ ਕਿ ਹੁਣ ਕੀਰਤਨ ਜਿਹੜਾ ਉਹ ਸਿੱਖ ਹੀ ਕਰਿਆ ਕਰ। ਉਸ ਤੋਂ ਅੱਗੇ ਇਹਨਾਂ ਨੇ ਜਿਹੜੀ ਅਸੀਂ ਆਮ ਮਸ਼ਹੂਰ ਸਾਖੀ ਸੁਣਦੇ ਆ ਕਿ ਇੱਕ ਜੋਗੀ ਨੇ ਚੱਕਰ ਪਾ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਬਾਰਿਸ਼ ਹੋ ਸਕਦੀ ਹੈ ਜਦੋਂ ਇੱਕ ਗ੍ਰਸਤੀ ਨੂੰ ਤੁਸੀਂ ਬਣਾ ਦਿੱਤਾ ਹੈ, ਗੁਰੂ ਕੀਤਾ ਹੈ। ਤੇ ਇੱਥੇ ਵੀ ਇਹ ਲਫ਼ਜ਼ ਜਿਹੜਾ ਉਹ ਕਰਾੜ ਹੀ ਵਰਤਦਾ ਹੈ। ਤੇ ਫਿਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਜੇ ਤੁਸੀਂ ਮੀਂਹ ਪਾਉਣਾ ਹੀ ਹੈ, ਤਾਂ ਫਿਰ ਜਿਹੜੀ ਅਸੀਂ ਸਾਖੀ ਸੁਣਦੇ ਹਾਂ, ਜਿਹਦੇ ਬਾਰੇ ਬਹੁਤ ਸਾਰੇ ਸਿੱਖ ਇਤਰਾਜ਼ ਵੀ ਕਰਦੇ ਹਨ, ਉਹ ਇਹ ਲਿਖਦਾ ਹੈ ਕਿ ਤਬ ਗੁਰੂ ਅਮਰਦਾਸ ਐਸੇ ਬਚਨ ਸੁਣਾਏ, ਟੰਗ ਜੋਗੀ ਦੀ ਰੱਸਾ ਪਾਓ, ਜਿਸ ਖੇਤਰ ਘਸੀਟ ਲੈ ਜਾਓ ਉੱਥੇ ਮੀਂਹ ਹੋਵੇਗਾ ਚੰਗਾ, ਤੁਸੀਂ ਦੇਖੋ ਪਾਏ ਜੋਗੀ ਨੂੰ ਢੰਗਾ। ਅੱਗੇ ਲਿਖਦਾ ਹੈ ਕਿ ਜਗ ਐਮਕ ਜਾਤ ਰੱਸਾ ਲੈ ਗਏ, ਸੂਰਜ ਦਰਿਆ ਬੱਦਲ ਚੜ ਆਵਤ ਪਏ। ਤੋ ਖੈਰ ਇਹ ਸਾਖੀ ਤਾਂ ਆਪ ਸਾਰੇ ਜਾਣਦੇ ਹੀ ਹੋ, ਪਰ ਇੱਥੇ ਜਿਹੜੀ ਚੀਜ਼ ਮੈਨੂੰ ਟੁੰਬੀ ਉਹ ਇਹ ਸੀ ਕਿ ਇੱਥੇ ਵੀ ਉਹ ਅਹਿਮਕ ਲਫ਼ਜ਼ ਦੀ ਵਰਤੋਂ ਕਰਦਾ ਹੈ, ਜਿਹੜਾ ਇਹਦੀ ਆਪਣੀ ਇੱਕ ਬੜੀ ਮਤਲਬ ਕਾਸਟਿਸਟ ਜਿਹੀ ਸਾਈਕੋਲੋਜੀ ਇਸ ਲੇਖਕ ਦੀ ਸਾਡੇ ਸਾਹਮਣੇ ਬਾਰ-ਬਾਰ ਉੱਭਰ ਕੇ ਆਉਂਦੀ ਹੈ। ਖੈਰ ਉਸ ਤੋਂ ਬਾਅਦ ਜਦੋਂ ਸਤਿਗੁਰੂ ਜੀ ਉੱਥੇ ਰਹਿੰਦੇ ਹਨ, ਗੁਰੂ ਅਮਰਦਾਸ ਪਾਤਸ਼ਾਹ ਜਦੋਂ ਉੱਥੇ ਰਹਿੰਦੇ ਹਨ, ਤਾਂ ਅਖੀਰ ਦੇ ਵਿੱਚ ਇਹ ਕੀ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਅਖੀਰ ਦੇ ਉੱਤੇ ਜਦੋਂ ਗੁਰਿਆਈ ਦੇਣ ਦਾ ਸਮਾਂ ਆਉਂਦਾ ਹੈ, ਤਾਂ ਉਸ ਵੇਲੇ ਵੀ ਜਿਹੜੀ ਗੱਲ ਹੈ ਇਹ ਬੜੇ ਅਜੀਬ ਜਿਹੇ ਢੰਗ ਦੇ ਨਾਲ ਸਾਨੂੰ ਦੱਸਦਾ ਹੈ। ਇਹ ਲਿਖਦਾ ਕੀ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇੱਕ ਦਿਨ ਆਪਣੇ ਸਾਰੇ ਨਜ਼ਦੀਕੀਆਂ ਨੂੰ ਬੁਲਾ ਕੇ ਬਿਠਾਇਆ ਤੇ ਕਿਹਾ ਕਿ ਭਾਈ ਸਭੇ ਬੈਠ ਕੇ ਇਹ ਗੱਲ ਸੁਣੋ, ਸਾਨੂੰ ਸੱਦਿਆ ਹੈ ਹਜ਼ੂਰ ਕਾਈ ਸਲਾਹ ਗਣੋ, 9 ਮਹੀਨੇ ਹਾਂ ਅਸੀਂ ਤੁਹਾਡੇ ਪਾਸ, ਚੜ੍ਹਦੇ ਸੰਮਤ ਅਸਾਂ ਹੋਣਾ ਹੈ ਉਦਾਸ। ਕਿ 9 ਮਹੀਨੇ ਪਹਿਲਾਂ ਗੁਰੂ ਅੰਗਦ ਪਾਤਸ਼ਾਹ ਨੇ ਆਪਣੇ ਜੋਤੀ ਜੋਤ ਸਮਾਨ ਦਾ ਸਮਾਂ ਡਿਕਲੇਅਰ ਕਰ ਦਿੱਤਾ। ਤੇ ਫਿਰ ਇੱਕ ਬੜੇ ਅਜੀਬ ਢੰਗ ਨਾਲ ਇਹ ਇਸ ਕਥਾ ਨੂੰ ਲਿਖਦਾ ਹੈ ਕਿ ਇਹ ਜਦੋਂ ਗੱਲਾਂ ਹੋਈਆਂ, ਫਿਰ ਪੁੱਤਰ ਬੈਠਿਆ, ਤੁਸੀਂ ਸੇਵਕ ਨੂੰ ਇਹ ਕਿਉਂ ਮਤਲਬ ਗੱਦੀ ਦੇਣੀ ਹੈ, ਕਿਉਂਕਿ ਨਾਲ ਉਹਨਾਂ ਨੇ ਇਹ ਵੀ ਡਿਕਲੇਅਰ ਕੀਤਾ ਕਿ ਮੇਰੇ ਪਿੱਛੋਂ ਗੁਰੂ ਅਮਰਦਾਸ ਜੀ ਹੋਣਗੇ। ਤਾਂ ਇਹ ਅੱਗੇ ਲਿਖਦਾ 7-8 ਮਹੀਨੇ ਇਹ ਝਗੜਾ ਹੁੰਦਾ ਹੀ ਰਿਹਾ, ਵਚਨ ਕੀਤਾ ਤੁਸਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ, ਮੰਨੋ ਮੇਰਾ ਕਹਿਆ, ਤੁਸੀਂ ਹੋ ਮੇਰੀ ਅੰਸ ਔਲਾਦ, ਤੁਸੀਂ ਹਮੇਸ਼ਾ ਮੰਨਿਓਗੇ ਆਦ ਜੁਗਾਦ, ਕਿ ਤੁਹਾਡੀ ਮਾਨਤਾ ਕਾਇਮ ਰਹੇ। ਪਰ ਖੈਰ ਜਦੋਂ ਉਹਨਾਂ ਨੇ ਸਵਾਰਾ ਕਰਨ ਦੀ ਇਹ ਕਹਿੰਦਾ ਤਿਆਰੀ ਕੀਤੀ, ਤਾਂ ਉਸ ਤੋਂ ਬਾਅਦ ਸਵਾਰਾ ਕਰ ਸੁਰਪੁਰ ਨੂੰ ਗਏ, ਪਿੱਛੋਂ ਉਸੇ ਤਰ੍ਹਾਂ ਹੀ ਕਿਰਿਆ ਕਰਮ ਹੋਇਆ। ਤੇ ਦਾਸੂ ਜੀ ਬੈਠੇ ਕਰਮ ਉੱਪਰ, ਫੁੱਲ ਪਠਾਏ ਹਰ ਸਰ ਚੁਣ ਕਰ, ਧਰਮ ਸ਼ਾਂਤ ਕੀਤੀ ਦਿਜ ਦਿਵਾਏ, ਦਿਜਾਂ ਨੂੰ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਦਾਨ ਦਿੱਤਾ ਗਿਆ, ਬੈਠੇ ਸਿੱਖ ਸਭ ਮਤਾ ਪਕਾਏ। ਹੁਣ ਇੱਥੇ ਬੜੀ ਅਜੀਬ ਗੱਲ ਲਿਖਦਾ ਹੈ ਕਿ ਸਿੱਖਾਂ ਨੇ ਬੈਠ ਕੇ ਮਤਾ ਪਕਾਇਆ ਕਿ ਵਾਰਿਸ ਪੁੱਤ ਪੋਤੇ ਹੁੰਦੇ ਆਏ, ਪੁੱਤਾਂ ਬੈਠਿਆਂ ਹੋਰ ਕੌਣ ਲੈ ਜਾਏ।
ਇਹ ਕਹਿੰਦਾ ਕਿ ਸਿੱਖਾਂ ਨੇ ਫੈਸਲਾ ਕੀਤਾ ਕਿ ਇਹ ਗੱਦੀ ਤਾਂ ਪੁੱਤਾਂ ਜਾਂ ਪੋਤਰਿਆਂ ਨੂੰ ਹੀ ਮਿਲਣੀ ਚਾਹੀਦੀ। ਤਾਂ ਮਾਤਾ ਖੀਵੀ ਜੀ ਨੇ ਉਹਨਾਂ ਨੂੰ ਰੋਕਿਆ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਖੱਟ ਮਾਸ ਕੀਤੀ ਦਾਸੂ ਗੁਰਿਆਈ। ਇਹ ਕਹਿੰਦਾ ਕਿ 6 ਮਹੀਨੇ ਦਾਸੂ ਜੀ ਨੇ ਗੁਰਿਆਈ ਕੀਤੀ। ਰਲ ਮਿਲ ਸਿੱਖਾਂ ਪੱਗ ਦਾਸੂ ਨੂੰ ਬਣਵਾਈ। ਤਾਂ ਸਿੱਖਾਂ ਨੇ ਪੱਗ ਜਿਹੜੀ ਬਾਬਾ ਅਮਰਦਾਸ ਜੀ ਦੀ ਥਾਂ ਤੇ ਦਾਸੂ ਜੀ ਨੂੰ ਬਣਵਾ ਦਿੱਤੀ। ਚੜ੍ਹਦੇ ਮਹੀਨੇ 7ਵੇਂ ਮੂੰਹ ਦਾਸੂ ਦਾ ਫਿਰ ਗਿਆ, ਅਨੇਕ ਯਤਨ ਕਰ ਰਹੇ ਸਿੱਧਾ ਨਾ ਪਏ। 6 ਮਹੀਨੇ ਉਹਨਾਂ ਨੇ ਗੁਰਿਆਈ ਕੀਤੀ, 7ਵੇਂ ਮਹੀਨੇ 'ਚ ਉਹਨਾਂ ਦਾ ਮੂੰਹ ਫਿਰ ਗਿਆ। ਤੇ ਫੇਰ ਕਹਿੰਦਾ ਹੈ ਕਿ ਬੀਬੀ ਖੀਵੀ ਜੀ ਨੇ, ਮਾਤਾ ਖੀਵੀ ਜੀ ਨੇ ਉਹਨਾਂ ਨੂੰ ਸਮਝਾਇਆ। ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਕਹਿੰਦੇ ਹਨ ਕਿ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜਾ ਕੇ ਇੱਕ ਕੋਠੇ ਵਿੱਚ ਰਹਿ ਰਹੇ ਸਨ, ਕਿਸੇ ਨੂੰ ਮਿਲਦੇ ਨਹੀਂ ਸਨ। ਤੇ ਉੱਥੇ ਗਏ ਹਨ ਤੇ ਕਹਿੰਦੇ ਹਨ ਕਿ ਜਾ ਕੇ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਬੁਲਾਇਆ। ਉਹ ਕੋਠੇ ਦੇ ਵਿੱਚੋਂ ਬਾਹਰ ਆਏ, ਮਾਤਾ ਜੀ ਦੀ ਚਰਨੀ ਪਏ ਤੇ ਫਿਰ ਉਹਨਾਂ ਨੇ ਕਿਹਾ ਕਿ ਦਾਸੂ ਜੀ ਨੂੰ ਕਿਹਾ ਕਿ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ। ਤੇ ਮਾਤਾ ਜੀ ਨੇ ਕਿਹਾ, ਤੂੰ ਹੈ ਗੁਰੂ ਸਭ ਸਿੱਖ ਹੈਨ ਤੇਰੇ, ਦਾਸੂ ਹੈ ਕਹਿਲਾ ਕਾਲਾ ਕਹੇ ਲੱਗਾ ਨਾ ਮੇਰੇ। ਤਾਂ ਫਿਰ ਅੱਗੇ ਕਹਿੰਦੇ ਨੇ ਕਿ ਤੈਨੂੰ ਆਪ ਦਿੱਤੀ ਹੈ ਖਾਵੰਦ ਵਡਿਆਈ, ਦਾਸੂ ਦਾ ਕਰ ਸਿਰ ਸਿੱਧਾ ਆਪ ਹੱਥ ਲਾਏ। ਸਤਨਾਮ ਕਹਿ ਅਮਰਦਾਸ ਜੀ ਹੱਥ ਲਾਇਆ, ਸਿਰ ਸਿੱਧਾ ਦਾਸੂ ਦਾ ਹੋਏ ਆਏ। ਤੇ ਗੁਰੂ ਅਮਰਦਾਸ ਜੀ ਨੇ ਦਾਸੂ ਦਾ ਸਿਰ ਸਿੱਧਾ ਕੀਤਾ। ਇੱਥੇ ਵੀ ਕਰਾਮਾਤੀ ਢੰਗ ਨਾਲ ਹੀ ਇਹ ਗੁਰਿਆਈ ਦੀ ਜਿਹੜਾ ਮਸਲਾ ਹੈ ਉਹਨੂੰ ਹੱਲ ਕਰਦਾ ਹੈ। ਤੇ ਫਿਰ ਅੱਗੋਂ ਸਾਰਾ ਸੰਗਤ ਗੁਰੂ ਜੀ ਦੇ ਚਰਨੀ ਲੱਗੀ। ਫਿਰ ਜਦੋਂ ਸਿੱਖਾਂ ਨੇ ਮੱਥੇ ਟੇਕੇ ਤਾਂ ਅੱਗੋਂ ਇਹ ਬੜੀ ਫੇਰ ਦੁਬਾਰਾ ਉੱਥੇ ਹੀ ਆ ਜਾਂਦਾ ਹੈ ਕਿ ਤਬ ਅਮਰਦਾਸ ਜੀ ਭੇਜੀ ਅਰਦਾਸ, ਰੁਪਏ 5 ਸਾਹਿਬ ਸ੍ਰੀ ਚੰਦ ਲਖਮੀ ਦਾਸ ਜੀ ਪਾਸ। ਉੱਥੇ ਭੇਟਾ ਭੇਜੀ ਇਹਨੇ ਸ੍ਰੀ ਚੰਦ ਲਖਮੀ ਦਾਸ ਜੀ ਪਾਸ। ਫਿਰ ਕਹਿੰਦਾ ਕਿ ਉਥੋਂ ਸਿਰੋਂ ਪਾਓ ਗੁਰਿਆਈ ਦਾ ਆਇਆ, ਮੰਗਰ ਸੁਦੀ ਏਕਮ ਦਿਨ ਪਹਿਰਾਇਆ। 13 ਬਰਸ ਗੁਰੂ ਅੰਗਦ ਜੀ ਕੀਤੀ ਗੁਰਿਆਈ, 6 ਮਹੀਨੇ ਦਾਸ ਹੈ ਦਾਸੂ ਹੈ ਕਮਾਈ। ਤੇ ਫਿਰ ਉਸ ਤੋਂ ਬਾਅਦ ਜਿਹੜਾ ਟਿੱਕਾ ਗੁਰਿਆਈ ਦਾ ਗੁਰੂ ਅਮਰਦਾਸ ਜੀ ਨੇ। ਹੁਣ ਇਹ ਜਿਹੜੀ ਕਥਾ ਇਹਨੇ ਲਿਖੀ ਹੈ ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਇਹਨੇ ਫਿਰ ਝਗੜੇ ਨੂੰ ਕੀਤਾ ਹੈ ਸੋਲਵ, ਪਹਿਲਾਂ ਤੇ ਕਰਾਮਾਤੀ ਢੰਗ ਨਾਲ। ਤੇ ਇੱਥੇ ਵੀ ਇਹ ਆਪਣੀ ਟੈਂਡੈਂਸੀ ਦੇ ਮੁਤਾਬਕ ਫਿਰ ਬਾਬਾ ਸ੍ਰੀ ਚੰਦ ਜੀ ਨੂੰ ਵਿੱਚ ਲਿਆ ਇਹਨੇ। ਸ਼ਾਇਦ ਇਸੇ ਕਰਕੇ ਹੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕਿਹਾ ਕਿ ਇਹ ਰਚਨਾ ਜਿਹੜੀ ਹੈ ਇਹ ਵਿਅਕਤੀ ਉਦਾਸੀ ਮਤ ਨਾਲ ਸੰਬੰਧ ਰੱਖਦਾ ਸੀ, ਕਿਉਂਕਿ ਬਾਰ-ਬਾਰ ਉਹ ਹਰ ਥਾਂ ਦੇ ਉੱਤੇ ਬਾਬਾ ਸ੍ਰੀ ਚੰਦ ਜੀ ਨੂੰ ਜਾਂ ਉਦਾਸੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਦੇ ਵਿੱਚ ਲੈ ਆਉਂਦਾ ਹੈ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਉਹਨਾਂ ਦੇ ਕਹੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਹੋਵੇ, ਭਾਵ ਉਹਨਾਂ ਦੀ ਵਡਿਆਈ ਜਿਹੜੀ ਹੈ ਉਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੋ ਇੱਥੇ ਤੱਕ ਇਹਨੇ ਜੋ ਜੀਵਨ ਬਿਰਤਾਂਤ ਲਿਖਿਆ ਗੁਰੂ ਅੰਗਦ ਦੇਵ ਪਾਤਸ਼ਾਹ ਦਾ, ਜੋ ਸੰਖੇਪ ਦੇ ਵਿੱਚ ਆਪਾਂ ਡਿਸਕਸ ਕੀਤਾ ਹੈ। ਅੱਗੋਂ ਇਹਨੇ ਗੁਰੂ ਅਮਰਦਾਸ ਪਾਤਸ਼ਾਹ ਦਾ ਜੀਵਨ ਬਿਰਤਾਂਤ ਲਿਖਿਆ। ਸਮਾਂ ਥੋੜਾ ਜਿਹਾ, ਮੈਂ ਕੇਵਲ ਇੱਕ ਦੋ ਚੀਜ਼ਾਂ ਉਹਦੇ ਵਿੱਚੋਂ ਜੋ ਮੈਨੂੰ ਸਿਗਨੀਫੀਕੈਂਟ ਸ਼ੁਰੂ ਦੀਆਂ ਲੱਗੀਆਂ ਹਨ ਉਹ ਮੈਂ ਆਪ ਜੀ ਦੇ ਨਾਲ ਕਰਕੇ ਬਾਕੀ ਆਪਾਂ ਅਗਲੇ ਸੈਸ਼ਨ ਦੇ ਵਿੱਚ ਕਰਾਂਗੇ। ਇਸ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਜੋ ਜਨਮ ਮਿਤੀ ਹੈ ਉਹਦੇ ਬਾਰੇ ਜਾਂ ਉਹਨਾਂ ਦੇ ਪਰਿਵਾਰ ਦੇ ਬਾਰੇ ਲਿਖਿਆ, ਤਾਂ ਉਹਨਾਂ ਦਾ ਜਨਮ ਬਾਸਰਕੇ ਦੇ ਵਿੱਚ ਹੋਇਆ ਲਿਖਿਆ। ਤੇ ਉਹ ਲਿਖਦੇ ਹਨ ਕਿ ਜਨਮ ਦੀ ਮਿਤੀ ਬੌੜ ਸੰਮਤ ਬੀਤੇ 1560 ਭਾਵ 1566 ਸੰਮਤ, ਦਿਨ ਵੈਸਾਖ ਭਏ 10/8। ਮਾਤਾ ਲੱਖੋ ਕੇ ਉਦਰੋਂ ਚਾਨਣੇ ਪੱਖ, ਜਨਮੇ ਸ੍ਰੀ ਅਮਰਦਾਸ ਪੂਰਨ ਪ੍ਰਤੱਖ। ਹੁਣ ਇਹ ਜਿਹੜੀ ਗੱਲ ਹੈ ਉਹ ਇਹਨਾਂ ਨੇ ਲਿਖੀ ਹੈ ਕਿ ਇੱਥੋਂ ਉਹਨਾਂ ਦਾ ਜਨਮ 1566 ਦੇ ਵਿੱਚ ਹੋਇਆ। ਹੁਣ ਜਦੋਂ ਇਹਨੂੰ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ ਈਸਵੀ ਦੇ ਵਿੱਚ ਇਹ ਸਨ ਬੰਦਾ ਹੈ 1509 ਈਸਵੀ ਦਾ। 1566 ਵਿੱਚੋਂ 57 ਘਟਾ ਕੇ 1509 ਈਸਵੀ ਦਾ ਬੰਦਾ ਹੈ, ਜਦ ਕਿ ਆਮ ਪ੍ਰਵਾਨਿਤ ਜਿਹੜੀ ਗੱਲ ਹੈ ਉਹ 1479 ਈਸਵੀ ਦਾ ਸਾਨੂੰ ਜਨਮ ਦੱਸਿਆ ਜਾਂਦਾ ਹੈ। ਹੁਣ ਇੱਥੇ ਸਪਸ਼ਟ ਇਹਨੇ ਜਿਹੜਾ ਹੈ 1566 ਲਿਖਿਆ ਹੈ ਤੇ ਉਹ 1509 ਬਣਦਾ ਹੈ।
ਤੇ ਬੰਸਾਵਲੀ ਨਾਮੇ ਦੇ ਵਿੱਚ ਹੀ ਜਦੋਂ ਅਸੀਂ ਡਿਸਕਸ ਕੀਤਾ ਸੀਗਾ, ਗੁਰੂ ਅੰਗਦ ਦੇਵ ਪਾਤਸ਼ਾਹ ਦਾ ਜਨਮ ਜਿਹੜਾ ਹੈ 11 ਵਿਸਾਖ 1566 ਦੇ ਵਿੱਚ, ਉਹ ਵੀ 1509 ਦੇ ਵਿਸਾਖ ਮਹੀਨੇ ਦਾ ਹੀ ਇਸਨੇ ਜਨਮ ਦਿੱਤਾ। ਜਦ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਬਾਰੇ ਵੀ ਆਮ ਇਤਿਹਾਸਕਾਰਾਂ ਦੀ ਜਿਹੜੀ ਸਹਿਮਤੀ ਅੱਜ ਅਸੀਂ ਪ੍ਰਵਾਨ ਕਰਦੇ ਹਾਂ, ਉਹ ਸਨ 1504 ਦੀ ਹੈ। ਤੋ ਇਸ ਤਰ੍ਹਾਂ ਇਹਨੇ ਲਗਭਗ ਨੇੜੇ, ਇਹਨੇ ਤਾਂ ਇੱਕੋ ਹੀ ਸਨ ਦੀ, ਇੱਕੋ ਹੀ ਮਹੀਨੇ ਦੀ ਜਿਹੜੀ ਤਾਰੀਖ ਦਿੱਤੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਜਨਮ ਦੀ। ਪਰ ਜਿਹੜੀ ਅਸੀਂ ਇਤਿਹਾਸ ਦੇ ਵਿੱਚ ਪ੍ਰਵਾਨ ਕਰਦੇ ਹਾਂ, ਉਹਦੇ ਵਿੱਚ ਤਕਰੀਬਨ ਅਸੀਂ ਕਹੀਏ ਕਿ ਤਕਰੀਬਨ 25 ਕੁ ਸਾਲ ਦਾ ਉਮਰ ਦਾ ਫਰਕ ਬਣਦਾ ਹੈ, ਤੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਵੱਡੇ ਹਨ। ਹੁਣ ਇੱਥੇ ਇੱਕ ਹੋਰ ਸਾਡੇ ਲਈ ਮਸਲਾ ਵਿਚਾਰਨਯੋਗ ਹੈ ਕਿ ਇਹਦੇ ਵਿੱਚੋਂ ਕੀ ਹੈ। ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਜਨਮ ਦੀ ਮਿਤੀ 1509 ਸੀ ਜਾਂ 1479 ਸੀ? ਕਿਉਂਕਿ ਜੇ ਅਸੀਂ 1479 ਮੰਨ ਲਈਏ, ਜਿਵੇਂ ਕਿ ਅਸੀਂ ਮੰਨਦੇ ਹਾਂ, ਤਾਂ ਅੱਗੇ ਇੱਕ ਹੋਰ ਵੀ ਸਾਡੇ ਸਾਹਮਣੇ ਕੁਐਸਚਨ ਖੜਾ ਹੋ ਜਾਂਦਾ ਹੈ ਕਿ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਵਿਆਹ ਗੁਰੂ ਅਮਰਦਾਸ ਪਾਤਸ਼ਾਹ ਦੀ ਸੁਪੁੱਤਰੀ ਬੀਬੀ ਭਾਨੀ ਜੀ ਨਾਲ ਹੋਇਆ, ਉਹਨਾਂ ਦੀ ਜਿਹੜੀ ਆਮ ਪ੍ਰਵਾਨਿਤ ਜਨਮ ਮਿਤੀ ਹੈ ਉਹ ਸਨ 1534 ਮੰਨੀ ਜਾਂਦੀ। ਤੇ ਜੇ ਅਸੀਂ ਆਮ ਪ੍ਰਵਾਨਿਤ ਮਿਤੀ 1534 ਮੰਨੀਏ ਗੁਰੂ ਰਾਮਦਾਸ ਪਾਤਸ਼ਾਹ ਦੀ, ਤੇ ਆਮ ਪ੍ਰਵਾਨਿਤ ਮਿਤੀ 1479 ਮੰਨੀਏ ਗੁਰੂ ਅਮਰਦਾਸ ਪਾਤਸ਼ਾਹ ਦੀ, ਤਾਂ ਇਹਨਾਂ ਦੇ ਤੀਜੇ ਤੇ ਚੌਥੇ ਪਾਤਸ਼ਾਹ ਦੇ ਉਮਰ ਦਾ ਫਰਕ 63 ਸਾਲ ਦਾ ਬਣਦਾ। ਤੋ ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਨ ਦੀ ਲੋੜ ਹੈ। ਪਦਮ ਸਾਹਿਬ ਨੇ ਇਹਦੇ ਬਾਰੇ ਆਪਣੇ ਜਿਹੜਾ ਮੁਖਬੰਦ ਲਿਖਿਆ, ਉਹਦੇ ਵਿੱਚ ਉਹਨਾਂ ਨੇ ਇਹਦੇ ਬਾਰੇ ਥੋੜਾ ਜਿਹਾ ਲਿਖਿਆ। ਮੈਂ ਆਪ ਜੀ ਨੂੰ ਉਹਨਾਂ ਦੇ ਵਿਚਾਰ ਜ਼ਰੂਰ ਪੜ੍ਹ ਕੇ ਸੁਣਾਉਣੇ ਚਾਹਾਂਗਾ, ਕਿਉਂਕਿ ਇਹ ਜਿਹੜੀ ਇਹਨੇ ਨਵੀਂ ਚੀਜ਼ ਸਾਡੇ ਸਾਹਮਣੇ ਇਸ ਪੁਸਤਕ ਦੇ ਵਿੱਚੋਂ ਆਉਂਦੀ ਹੈ, ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਦੇ ਜਨਮ ਮਿਤੀ ਦੇ ਬਾਰੇ। ਉਹ ਲਿਖਦੇ ਹਨ ਕਿ ਵੰਨਗੀ ਵਜੋਂ ਗੁਰੂ ਅਮਰਦਾਸ ਜੀ ਦੀ ਅਸਲ ਜਨਮ ਸੰਮਤ 1566 ਬਿਕਰਮੀ ਹੈ, ਜੋ ਕਿਸੇ ਲਿਖਾਰੀ ਦੀ ਉਕਾਈ ਕਾਰਨ 1536 ਪ੍ਰਚਲਿਤ ਹੋ ਗਿਆ ਹੈ ਤੇ ਸਭ ਨੇ ਇਸ ਨੂੰ ਪ੍ਰਵਾਨ ਵੀ ਕੀਤਾ ਹੋਇਆ। ਲੇਕਿਨ ਸੰਮਤ ਜਿਹੜਾ ਸਹੀ ਸੰਮਤ ਛਿੱਬਰ ਸਾਹਿਬ ਨੇ ਲਿਖਿਆ, ਉਹ ਇਹੀ ਜਿਹੜਾ ਬੌਰ ਸੰਮਤ ਬੀਤੇ 1566। ਤੋਂ ਇਹ ਉਹਨਾਂ ਨੇ ਕੋਟ ਕਰਕੇ ਲਿਖਿਆ ਹੈ ਕਿ ਅੱਗੇ ਲਿਖਦੇ ਹਨ, ਇਹੀ ਨਹੀਂ ਕਿ ਸਿਰਫ ਇਹਨਾਂ ਨੇ ਇਹ ਸੰਮਤ ਦਿੱਤਾ ਹੈ, ਸਗੋਂ 2-3 ਗੁਰ ਪ੍ਰਣਾਲੀਆਂ ਵਿੱਚ ਵੀ 1566 ਬਿਕਰਮੀ ਦਰਜ ਹੈ। ਤੇ ਸ੍ਰੀ ਜੱਸਾ ਸਿੰਘ ਵਿਨੋਦ ਰਾਮ ਸੁਖ ਰਾਓ, ਜਿਹੜੀ ਕਿ 1803 ਈਸਵੀ ਵਿੱਚ ਲਿਖੀ ਗਈ, ਉਸ ਵਿੱਚ ਵੀ ਇਹੋ ਜਨਮ ਸੰਮਤ ਦਿੱਤਾ ਹੋਇਆ। ਤੋ ਇਹ ਜੋ ਗੁੰਝਲ ਹੈ, ਇਹ ਸਾਡੇ ਵਾਸਤੇ ਵਿਚਾਰ ਕਰਨ ਦੀ ਲੋੜ ਹੈ। ਇਹ ਸਿਰਫ ਆਪ ਜੀ ਨੂੰ ਮੈਂ ਇੱਕ ਵੰਨਗੀ ਵਜੋਂ ਹੀ ਦੱਸ ਰਿਹਾ ਹਾਂ ਕਿ ਸਾਡੇ ਗੁਰ ਇਤਿਹਾਸ ਦੇ ਵਿੱਚ ਸਾਨੂੰ ਹਾਲੇ ਕਿੰਨੀਆਂ ਥਾਵਾਂ ਤੇ ਕਿੰਨੇ ਮਸਲਿਆਂ ਦੇ ਬਾਰੇ ਕਿੰਨੀ ਡੂੰਘੀ ਖੋਜ ਕਰਨ ਦੀ ਸਾਨੂੰ ਲੋੜ ਹੈ। ਖੈਰ, ਅੱਗੇ ਜੇ ਚਲੀਏ ਆਪ ਜੀ ਦੇ ਜੀਵਨ ਦੇ ਬਾਰੇ, ਤੀਜੇ ਪਾਤਸ਼ਾਹ ਦੇ ਬਾਰੇ, ਤਾਂ ਆਪ ਜੀ ਦੇ ਮੁੱਢਲੇ ਜੀਵਨ ਬਾਰੇ ਲਿਖਦੇ ਹਨ ਕਿ ਆਪ ਸ਼ਾਸਤਰਾਂ ਦੀ ਜੁਗਤ ਦਾ ਜੀਵਨ ਜਿਉਂਦੇ ਹਨ। ਤੋ ਇੱਥੇ ਆਪ ਜੀ ਗੰਗਾ ਜੀ ਦੀਆਂ ਸਾਲਾਨਾ ਜਿਹੜੀਆਂ ਯਾਤਰਾਵਾਂ ਸਾਨੂੰ ਦੱਸੀਆਂ ਜਾਂਦੀਆਂ ਹਨ, ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦੇ। ਸਗੋਂ ਉਹ ਇਸ ਤਰੀਕੇ ਨਾਲ ਲਿਖਦੇ ਹਨ ਕਿ ਇਹ ਗਏ ਇਸ ਕਰਕੇ ਸਨ ਕਿਉਂਕਿ ਉਸ ਵੇਲੇ ਇਹਨਾਂ ਦੇ ਪਿਤਾ ਜੀ ਸਮਾ ਗਏ ਸਨ, ਤੇ ਇਹ ਗੰਗਾ ਉਹਨਾਂ ਦੇ ਜਿਹੜੇ ਫੁੱਲ ਜਿਹੜੇ ਹਨ ਉਹ ਤਾਰਨ ਗਏ ਸਨ। ਪਰ ਇੱਥੇ ਪਹਿਲਾਂ ਇਹਨਾਂ ਨੇ ਜਿਹੜੀ ਕਥਾ ਦੱਸੀ ਹੈ, ਅੱਗੇ ਇੱਕ ਹੋਰ ਵੀ ਇਹਨਾਂ ਨੇ ਫਰਕ ਪਾ ਦਿੱਤਾ ਕਿ ਪਹਿਲਾਂ ਇਹਨਾਂ ਨੇ ਲਿਖਿਆ ਹੈ ਕਿ ਇਹਨਾਂ ਨੇ ਬੀਬੀ ਅਮਰੋ ਜੀ ਪਾਸੋਂ ਬਾਣੀ ਸੁਣੀ, ਜਿਹੜੀ ਕਥਾ ਅਸੀਂ ਸਰਵ ਪ੍ਰਵਾਨਿਤ ਹੈ, ਅਸੀਂ ਉਹੀ ਮੰਨਦੇ ਹਾਂ। ਤਾਂ ਉਹ ਉਹਨਾਂ ਦੇ ਰਾਹੀਂ ਆਪ ਜੀ ਗੁਰੂ ਦਰਬਾਰ ਦੇ ਵਿੱਚ ਮਿਲਾਪ ਦੇ ਵਾਸਤੇ ਹੈ। ਤੇ ਹੁਣ ਇੱਥੇ ਕੀ ਕੀਤਾ ਇਹਨਾਂ ਨੇ ਕਿ ਜਿਵੇਂ ਕਿ ਮੈਂ ਅੱਗੇ ਜ਼ਿਕਰ ਕੀਤਾ, ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਕਥਾ ਵੀ 2 ਵਾਰੀ ਦਿੱਤੀ ਸੀ, ਤੇ ਉਹਦੇ ਵਿੱਚ ਵੀ ਇਹਨਾਂ ਨੇ ਫਰਕ ਪਾ ਦਿੱਤਾ। ਪਹਿਲਾਂ ਹੋਰ ਢੰਗ ਨਾਲ ਲਿਖੀ ਸੀ, ਤੇ ਫਿਰ ਬਾਅਦ ਵਿੱਚ ਜਾ ਕੇ ਇਹਨਾਂ ਨੇ ਬਿਲਕੁਲ ਡਿਫਰੈਂਟ ਤਰੀਕੇ ਨਾਲ ਲਿਖੀ ਕਿ ਬੜਾ ਝਗੜਾ ਹੋਇਆ। ਪਹਿਲਾਂ ਉਹਦਾ ਕੋਈ ਜ਼ਿਕਰ ਨਹੀਂ ਸੀ ਕੀਤਾ। ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਮਿਲਾਪ ਦੀ ਜਿਹੜੀ ਗੱਲ ਹੈ, ਉਹਦੇ ਵਿੱਚ ਵੀ ਹੁਣ ਇਹਦੇ ਦੂਸਰਾ ਵਰਸ਼ਨ ਜਿਹੜਾ ਸਾਡੇ ਸਾਹਮਣੇ ਇੱਥੇ ਆ ਕੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੀ ਜੀਵਨ ਗਾਥਾ ਲਿਖਦੇ ਨੇ, ਤਾਂ ਉਹਦੇ ਵਿੱਚ ਜਿਹੜਾ ਹੈ ਉਹ ਬਿਲਕੁਲ ਅਲੱਗ ਤਰੀਕੇ ਨਾਲ ਲਿਖਦੇ ਹਨ। ਸਭ ਤੋਂ ਪਹਿਲਾਂ ਤੇ ਇਹਨਾਂ ਨੇ ਉਹਦਾ ਜਿਹੜਾ ਸੰਮਤ ਦਿੱਤਾ ਹੈ, ਉਹ ਬੀਬੀ ਭਾਨੀ ਜੀ ਦੇ ਜਨਮ ਦੇ ਨਾਲ ਜੋੜ ਕੇ ਸੰਮਤ 1590 ਜੇਠ ਦਿਨ 4 ਬੀਬੀ ਭਾਨੀ ਜੀ
ਜਨਮੇ ਆਇਤਵਾਰ। ਅੱਗੋਂ ਲਿਖਦੇ ਹਨ ਕਿ ਅੱਗੇ ਮਹੀਨਾ ਕੱਤਕ ਦਾ ਜਦ ਆਇਆ, ਬਾਬਾ ਤੇਜੋ ਜੀ ਤਬ ਸੁਰਗ ਸਿਧਾਇਆ, ਪਿਤਾ ਜੀ ਸੁਰਗ ਸਿਧਾਰ ਗਏ। ਮਹੀਨੇ ਫੱਗਣ ਦੇ ਅਸਤੀ ਲੈ ਕੇ ਹਰ ਸਰ ਨੂੰ ਗਏ, ਕਰਮ ਕਿਰਿਆ ਸਭ ਕਰਤੇ ਹੀ ਭਏ, ਮਾਰਗ ਵਿੱਚ ਮਿਲਿਆ ਇੱਕ ਫਕੀਰ। ਹੁਣ ਇਹ ਵੀ ਥੋੜਾ ਥੋੜਾ ਅਸੀਂ ਗੱਲ ਸੁਣੀ ਸੁਣੀ ਲੱਗਦੀ ਹੈ, ਲੇਕਿਨ ਅੱਗੋਂ ਜੋ ਲਿਖਦੇ ਹਨ ਉਹ ਥੋੜੀ ਫਰਕ ਹੈ। ਕਹਿੰਦੇ ਹਨ ਹਰੀ ਰਾਮ ਨਾਮ ਜਿਸ ਦਾ ਸੀ, ਸ੍ਰੀ ਚੰਦ ਸਾਹਿਬ ਗੁਰਪੀਰ। ਉਹ ਸ੍ਰੀ ਚੰਦ ਜੀ ਦਾ ਚੇਲਾ ਸੀ। ਸੋ ਬਾਬੇ ਨਾਨਕ ਜੀ ਦੀ ਪੜ੍ਹੇ ਬਾਣੀ, ਅਮਰਦਾਸ ਜੀ ਦੀ ਸੁਣ ਕੇ ਬੁੱਧ ਵਿਕਾ। ਉਹਦੇ ਕੋਲੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਦੀ ਬੁੱਧ ਵਿਕਾਣੀ, ਇਹਨੇ ਲਿਖਿਆ ਕਿ ਭਾਵ ਉਹਨਾਂ ਦੇ ਮਨ ਨੂੰ ਭਾ ਗਈ। ਤੇ ਉਹਨਾਂ ਦੇ ਅੱਗੋਂ ਲਿਖਦਾ ਹੈ ਕਿ ਉੱਠੀ ਚਾਹ ਜੇ ਕਰੀਏ ਉਸ ਪੁਰਖ ਦਾ ਦੀਦਾਰ, ਜਿਸ ਕੀਤਾ ਹੈ ਇਸ ਬਾਣੀ ਦਾ ਉਚਾਰ। ਪਰ ਕਹਿੰਦੇ ਹਨ ਕਿ ਘਰ ਆ ਕੇ ਫਿਰ ਗ੍ਰਸਤੀ ਦੇ ਵਿੱਚ ਡੁੱਬ ਗਏ। ਤੇ ਫਿਰ ਇਹ 1590 ਦੀ ਗੱਲ ਸੀ। ਤੇ ਉਸ ਤੋਂ ਅੱਗੇ ਵੀ ਇਹ ਲਿਖਦੇ ਹਨ ਕਿ 1593 ਵਿੱਚ, ਇਹ ਵੀ ਬਾਕੀ ਚੀਜ਼ਾਂ ਨਾਲੋਂ ਇਹਨਾਂ ਨੇ ਫਰਕ ਦਿੱਤਾ ਹੈ ਕਿ ਇਹਨਾਂ ਨੇ ਲਿਖਿਆ 1593 ਵਿੱਚ ਬਾਬਾ ਅਮਰਦਾਸ ਜੀ ਦਾ ਪੁੱਤਰ ਆਨੰਦ ਦਾ ਜਨਮ ਹੋਇਆ, ਜਦੋਂ ਕਿ ਬਾਕੀ ਸਾਰੇ ਇਤਿਹਾਸਕਾਰ ਆਨੰਦ ਜੀ ਨੂੰ ਉਹਨਾਂ ਦਾ ਪੋਤਾ ਕਹਿੰਦੇ ਹਨ। ਤੇ ਉਹਦੇ ਨਾਲ ਆਨੰਦ ਸਾਹਿਬ ਦੀ ਬਾਣੀ ਨੂੰ ਵੀ ਜੋੜਦੇ ਹਨ ਕਿ ਪੋਤੇ ਦੇ ਜਨਮ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਨੂੰ ਉਚਾਰੀ। ਪਰ ਇੱਥੇ ਇਹ ਲਿਖਦਾ ਹੈ ਕਿ ਉਹਨਾਂ ਦਾ ਪੁੱਤਰ ਹੋਇਆ। ਤੇ ਫਿਰ ਉਸ ਤੋਂ ਬਾਅਦ ਖੈਰ ਉਹ ਚੱਲਦਾ ਰਿਹਾ ਕੰਮ, ਤੇ ਆਨੰਦ ਦਾ ਜਨਮ ਹੋਇਆ। ਫਿਰ ਉਸ ਤੋਂ ਬਾਅਦ ਜਾ ਕੇ ਇਹ ਲਿਖਦਾ ਹੈ ਕਿ 1596 ਦੇ ਵਿੱਚ ਮੋਹਰੀ ਜੀ ਦਾ ਜਨਮ ਹੋਇਆ। 1598 ਵਿੱਚ ਬੀਬੀ ਅਮਰੋ ਜੀ ਵਿਆਹ ਕੇ ਗੋਇੰਦਵਾਲ ਆਏ। ਤੇ ਫਿਰ 1601 ਵਿੱਚ ਬੀਬੀ ਅਮਰੋ ਜੀ ਰਾਹੀਂ ਮਿਲਾਪ ਦੱਸਿਆ। ਤੋਂ 1590 ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣ ਚੁੱਕੇ ਸਨ। ਉਸ ਤੋਂ 11 ਸਾਲ ਬਾਅਦ ਜਾ ਕੇ ਇਹ ਇਸ ਤਰੀਕੇ ਦੇ ਨਾਲ ਮਿਲਾਪ ਇਹਨੇ ਸ਼ੋਅ ਕੀਤਾ। ਹੁਣ ਪਤਾ ਨਹੀਂ 1590 ਦਾ ਜ਼ਿਕਰ ਇਹਨੇ ਕੇਵਲ ਬਾਬਾ ਸ੍ਰੀ ਚੰਦ ਜੀ ਨੂੰ ਹੀ ਉੱਚਾ ਦੱਸਣ ਵਾਸਤੇ ਜ਼ਿਕਰ ਇਹ ਕਥਾ ਵਿੱਚ ਜ਼ਬਰਦਸਤੀ ਪਾ ਦਿੱਤੀ ਹੈ, ਜਾਂ ਇਹਦੇ ਵੱਲੋਂ ਸੱਚਾਈ ਦੱਸੀ ਗਈ ਹੈ। ਤੋ ਇਸ ਤਰੀਕੇ ਦੇ ਨਾਲ ਇਹ ਇਸ ਕਥਾ ਨੂੰ ਵੀ ਇੱਕ ਚੈਪਟਰ ਵਿੱਚ ਇੱਕ ਤਰੀਕੇ ਨਾਲ ਦੱਸ ਰਹੇ ਨੇ, ਦੂਜੇ ਚੈਪਟਰ ਦੇ ਵਿੱਚ ਟਵਿਸਟ ਕਰਕੇ ਦੱਸ ਰਹੇ ਨੇ। ਤੋ ਇਉਂ ਜਾਪਦਾ ਹੈ ਕਿ ਜਦੋਂ ਅਸੀਂ ਅੱਗੇ ਸਾਡੇ ਇਤਿਹਾਸਕਾਰਾਂ ਨੇ ਸਾਰਾ ਇਤਿਹਾਸ ਲਿਖਿਆ, ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ ਜਿੱਥੋਂ ਜਿੱਥੋਂ ਦਿਲਚਸਪ ਲੱਗੀ, ਰੋਮਾਂਚਕ ਲੱਗੀ, ਉਹ ਉੱਥੋਂ ਚੁੱਕ ਕੇ ਉਹ ਇਤਿਹਾਸ ਦੇ ਵਿੱਚ ਪਾਈ ਜਾਂਦੇ ਹਨ। ਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ 1601 ਦੇ ਵਿੱਚ ਮਿਲਾਪ ਦੱਸਿਆ ਸਤਿਗੁਰੂ ਜੀ ਦੇ ਨਾਲ। ਤੇ 1602 ਦੇ ਵਿੱਚ ਉਹਨਾਂ ਨੇ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ, ਜਿਹੜਾ ਹੈ ਉਹ ਵੀ ਦੱਸਿਆ ਹੈ। ਤੇ ਉਹਦੀ ਵੀ ਜਿਹੜੀ ਕਥਾ ਲਿਖੀ ਆ, ਉਹ ਸਾਡੀ ਆਮ ਪ੍ਰਵਾਨਿਤ ਕਥਾ ਨਾਲੋਂ ਬਿਲਕੁਲ ਭਿੰਨ ਤਰੀਕੇ ਨਾਲ ਲਿਖੀ ਹੈ, ਬਿਲਕੁਲ ਅਲੱਗ ਤਰੀਕੇ ਨਾਲ ਲਿਖੀ ਹੈ। ਇਹ ਕਹਿੰਦੇ ਹਨ ਕਿ ਜਦੋਂ ਬਾਬਾ ਅਮਰਦਾਸ ਜੀ ਗੋਇੰਦਵਾਲ ਦੇ ਵਿੱਚ ਨਿਵਾਸ ਕਰਦੇ ਸਨ, ਤੇ ਇੱਕ ਦਿਨ ਅਚਾਨਕ ਉੱਥੇ ਲਾਹੌਰ ਦੇ ਖੱਤਰੀ ਜਾਤ ਦੇ ਸੋਢੀ, ਜਿਨ੍ਹਾਂ ਦੇ ਵਿੱਚੋਂ ਬਾਬਾ ਹਰਦਾਸ ਜੀ ਤੇ ਉਹਨਾਂ ਦੇ ਨਾਲ ਪਰਿਵਾਰ ਸੀ ਉਹਨਾਂ ਦਾ, ਉਹ ਉੱਥੇ ਆ ਕੇ ਰਸਤੇ 'ਚ ਉਹਨਾਂ ਨੇ ਉੱਥੇ ਰੁਕੇ। ਉਹ ਘਰੋਂ ਕਿਸੇ ਕਾਰਨ ਉਹਨਾਂ ਦਾ ਕੋਈ ਇਖਤਲਾਫ ਹੋ ਗਿਆ ਸੀ ਭੈਣਾਂ ਭਰਾਵਾਂ ਨਾਲ, ਤੇ ਉਹ ਘਰ ਛੱਡ ਕੇ ਉੱਥੇ ਆ ਗਏ। ਜਦੋਂ ਉੱਥੇ ਆਏ ਤੇ ਉਹਨਾਂ ਦੇ ਨਾਲ ਇੱਕ ਬੱਚਾ ਵੀ ਸੀ, ਜਿਸ ਦਾ ਨਾਮ ਰਾਮਦਾਸ ਸੀ, ਜੇਠਾ ਸੀ। ਤਾਂ ਉਹਨਾਂ ਨੇ ਉਸ ਵੇਲੇ ਗੁਰੂ ਅਮਰਦਾਸ ਜੀ ਨੇ, ਜਦੋਂ ਕਿ ਜਿਹੜੀ ਇਹਨਾਂ ਦੇ ਕਹਿਣ ਦੇ ਮੁਤਾਬਕ ਬੀਬੀ ਭਾਨੀ ਜੀ ਦੀ ਉਮਰ 10-11 ਸਾਲ ਦੀ ਸੀ ਉਸ ਵੇਲੇ, ਤੇ ਉਹਨਾਂ ਨੇ ਪ੍ਰੋਹਤ ਨੂੰ ਕਿਹਾ ਸੀ ਕਿ ਇਹਦੇ ਵਾਸਤੇ ਰਿਸ਼ਤਾ ਲੱਭੋ। ਤਾਂ ਪ੍ਰੋਹਤ ਨੇ ਉੱਥੇ ਗੋਇੰਦਵਾਲ ਵਿੱਚ ਹੀ ਆਪਣੇ ਮਾਤਾ ਪਿਤਾ ਨਾਲ ਆਏ ਹੋਏ ਰਾਮਦਾਸ ਜੀ ਨੂੰ ਦੇਖ ਕੇ ਤੇ ਉੱਥੇ ਉਹਨਾਂ ਨੇ ਰਿਸ਼ਤਾ ਕਰ ਦਿੱਤਾ। ਤਾਂ ਜਦੋਂ ਉਹਨੇ ਉੱਥੇ ਹੀ ਰਿਸ਼ਤਾ ਹੋਇਆ, ਤਾਂ ਇੱਥੇ ਜੋ ਸਾਡੇ ਕੋਲ ਆਮ ਗੁਰੂ ਰਾਮਦਾਸ ਜੀ ਦਾ ਜੀਵਨ ਬਿਰਤਾਂਤ ਮਿਲਦਾ ਹੈ, ਉਹਦੇ ਨਾਲੋਂ ਇੱਥੇ ਬਿਲਕੁਲ ਇੱਕ ਵੱਖਰੀ ਪਿਕਚਰ ਇਮਰਜ ਹੁੰਦੀ ਹੈ, ਜਿਹੜਾ ਬਿਰਤਾਂਤ ਇਹਨਾਂ ਨੇ ਦਿੱਤਾ। ਉਹ ਮਾਤਾ ਪਿਤਾ ਜੀ ਦੇ ਨਾਲ ਹੀ ਆਏ ਹਨ, ਵਿਆਹ ਹੋਣ ਦੀ ਉਮਰ ਵਿੱਚ ਆਏ ਹਨ, ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਗੁਰਿਆਈ ਤੋਂ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਦੱਸਿਆ ਹੈ। ਤੇ ਫਿਰ ਉਦੋਂ ਹੀ ਇਹ ਜੰਝ ਲੈ ਕੇ ਲਾਹੌਰ ਤੋਂ ਆਏ, ਤੇ ਲਾਹੌਰ ਹੀ ਬੀਬੀ ਭਾਨੀ ਜੀ ਨੂੰ ਗਏ ਲਾਹੌਰ ਜਨੇਤ ਕਰ ਆਏ, ਬੀਬੀ ਭਾਨੀ ਨੂੰ ਲੈ ਗਏ ਪਰਨਾਏ। ਤੋ ਇਸ ਤਰੀਕੇ ਨਾਲ ਇਹ ਬਹੁਤ ਸਾਰੀਆਂ ਕਥਾਵਾਂ ਜਿਹੜੀਆਂ ਇਹਨਾਂ ਨੇ ਲਿਖੀਆਂ ਹਨ, ਉਹ ਪਿੱਛੋਂ ਜਿਹੜੇ ਇਹਨਾਂ ਤੋਂ ਬਾਅਦ ਆਏ ਸਰੋਤ ਹਨ, ਉਹਨਾਂ ਦੇ ਵਿੱਚ ਬਿਲਕੁਲ ਅਲੱਗ ਤਰੀਕੇ ਨਾਲ ਦੱਸੀਆਂ ਗਈਆਂ। ਤੋ ਹਾਲਾਂਕਿ ਸਾਡੇ ਇਤਿਹਾਸਕਾਰਾਂ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਛੱਡ ਕੇ ਦੂਜੀਆਂ ਜਿਹੜੀਆਂ ਚੀਜ਼ਾਂ ਹਨ,
ਉਹਨਾਂ ਨੂੰ ਪ੍ਰਵਾਨ ਕੀਤਾ ਹੈ। ਪਰ ਇਹ ਸਾਡੇ ਸਾਹਮਣੇ ਇੱਕ ਚੈਲੰਜ ਦੇ ਤੌਰ ਦੇ ਉੱਤੇ ਹੈ, ਜਿਹੜੀਆਂ ਮੈਂ ਆਪ ਜੀ ਨੂੰ ਸੁਣਾ ਰਿਹਾ ਹਾਂ, ਕਿ ਸਾਡਾ ਇਤਿਹਾਸ ਕਿਸ-ਕਿਸ ਸਟੇਜ ਦੇ ਵਿੱਚੋਂ ਲੰਘ ਕੇ ਕਿਸ-ਕਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਪਹੁੰਚਿਆ ਹੈ, ਤੇ ਅੱਜ ਜਿਹੜਾ ਸਾਡੇ ਸਾਹਮਣੇ ਵਰਸ਼ਨ ਹੈ, ਉਹ ਮਤਲਬ ਕਿੰਨੀਆਂ ਥਾਵਾਂ ਤੋਂ ਕਿੰਨੇ ਵਰਸ਼ਨਸ ਦੇ ਵਿੱਚੋਂ ਲੰਘ ਕੇ ਸਾਡੇ ਕੋਲ ਪਹੁੰਚ ਰਿਹਾ ਹੈ। ਇਹ ਸਾਡੇ ਵਾਸਤੇ ਇੱਕ ਬੜਾ ਸੀਰੀਅਸ ਇਸ਼ੂ ਹੋਣਾ ਚਾਹੀਦਾ ਹੈ, ਤੇ ਇਹਦੇ ਬਾਰੇ ਸਾਨੂੰ ਕੌਮ ਦੇ ਤੌਰ ਤੇ, ਇੱਕ ਸਮੁੱਚੀ ਕੌਮ ਦੇ ਤੌਰ ਦੇ ਉੱਤੇ ਸਾਡੇ ਲਈ ਬੜਾ ਵੱਡਾ ਖੋਜ ਦਾ ਵਿਸ਼ਾ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਸਹੀ ਤਰੀਕੇ ਨਾਲ ਆਪਣੇ ਇਤਿਹਾਸ ਨੂੰ ਸਮਝ ਸਕੀਏ ਤੇ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਸਾਨੂੰ ਉਪਦੇਸ਼ ਦਿੱਤੇ ਤੇ ਕਮਾਏ, ਉਹਦੇ ਬਾਰੇ ਸਾਨੂੰ ਜਿਹੜੀ ਹੈ ਉਹ ਸਹੀ ਜਾਣਕਾਰੀ ਪ੍ਰਾਪਤ ਹੋ ਸਕੇ। ਤੋ ਬਹੁਤ ਸਮਾਂ ਹੋ ਗਿਆ, ਮੈਂ ਆਪ ਜੀ ਦੀ ਇਜਾਜ਼ਤ ਮੰਗਦਾ ਹਾਂ। ਇਸੇ ਕਥਾ ਨੂੰ ਹੀ ਫਿਰ ਅੱਗੇ ਆਪਾਂ ਚਾਲੂ ਰੱਖਾਂਗੇ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬੋਲ ਕਬੋਲ ਬੋਲੇ ਗਏ ਹੋਣਗੇ। ਆਪ ਜੀ ਜ਼ਰੂਰ ਕਿਰਪਾ ਕਰਕੇ ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ